तो हाँ जी दोस्तों, सत श्री अकाल जी। मैं रमनदीप सिंह एक बारी फिर हाजिर हाँ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਤੋ ਅੱਜ ਆਪਾਂ ਜਿਹੜਾ ਹੈ ਪਹਿਲੀ ਵਾਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਵਾਈਟ ਬੋਰਡ ਦੇ ਉੱਪਰ ਤੁਹਾਡੀ ਜਿਹੜੀ ਕਲਾਸ ਉਹ ਲੱਗ ਰਹੀ ਹੈਗੀ। ਉਮੀਦ ਕਰਦਾ ਹਾਂ ਕਿ ਕਾਫੀ ਜਣਿਆਂ ਲਈ ਹੈਲਪਫੁਲ ਰਹੂਗੀ। ਥੋੜੀ ਬਹੁਤੀ ਜਿਹੜੀ ਲਾਈਟਿੰਗ ਦੀ ਪ੍ਰੋਬਲਮ ਆ ਸਕਦੀ ਹੈ, ਹੋ ਸਕਦਾ ਤੁਹਾਨੂੰ ਜਿਹੜੀ ਕਲਾਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਸ ਜਿਹੜੀ ਅੰਡਰਸਟੈਂਡਿੰਗ ਹੋ ਜਾਵੇ, ਮੀਨਸ ਰਿਟਨ ਨੂੰ ਲੈ ਕੇ, ਤਾਂ ਉਹ ਜਲਦੀ ਮੈਂ ਸੋਲਵ ਕਰ ਲਵਾਂਗਾ। ਪਰ ਇੱਕ ਵਾਰ ਜਿਹੜਾ ਹੈ ਇੱਕ ਐਜ਼ ਅ ਡੈਮੋ ਦੇ ਰੂਪ ਦੇ ਵਿੱਚ ਆਪਾਂ ਇਹ ਕਲਾਸ ਜਿਹੜੀ ਅਪਲੋਡ ਕਰ ਰਹੇ ਹਾਂ, ਤਾਂ ਕਿ ਆਪਾਂ ਨੂੰ ਇੱਕ ਇਹ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਨੂੰ ਆਪਾਂ ਹੋਰ ਜਿਹੜਾ ਬੈਟਰ ਕਰ ਸਕਦੇ ਹਾਂ। ਸੋ ਫਿਲਹਾਲ ਅੱਜ ਫਸਟ ਕਲਾਸ ਰਹੇਗੀ, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਅੱਜ ਦੀ ਪਾਰਲੀਮੈਂਟ ਦਾ ਜਿਹੜਾ ਚੈਪਟਰ ਆਪਣਾ ਰਹੇਗਾ। ਸੋ ਪੋਲੀਟੀਕਲ ਨੂੰ ਆਪਾਂ ਸ਼ੁਰੂ ਕਰ ਰਹੇ ਹੈਗੇ। ਪੋਲਿਟੀ ਦਾ ਆਪਣਾ ਚੈਪਟਰ ਰਹੇਗਾ ਜੀ ਪਾਰਲੀਮੈਂਟ। ਪਾਰਲੀਮੈਂਟ ਜਿਹੜਾ ਹੈ ਸਾਡੇ ਜਦੋਂ ਵੀ ਮਾਸਟਰ ਦੀ ਗੱਲ ਕਰੀਏ ਜਾਂ ਕਿਸੇ ਹੋਰ ਸਿਲੇਬਸ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਇੱਕ ਐਗਜ਼ਾਮ ਦੇ ਵਿੱਚ ਇਸ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕੁਐਸਚਨ ਉਹ ਬਣਦੇ ਹੁੰਦੇ ਹੈਗੇ ਨੇ। ਸੋ ਇਸ ਲਈ ਆਪਾਂ ਇਹਨਾਂ ਨੂੰ ਕਾਫੀ ਡੀਪਲੀ ਜਿਹੜਾ ਡਿਸਕਸ ਕਰਾਂਗੇ। ਅੱਜ ਛੋਟੀ ਜਿਹੀ ਕਲਾਸ ਦੇ ਰੂਪ ਦੇ ਵਿੱਚ ਆਪਾਂ ਇਸ ਨੂੰ ਪ੍ਰੈਜ਼ੈਂਟ ਕਰਾਂਗੇ, ਜਿਸ ਦੇ ਵਿੱਚ ਪਾਰਲੀਮੈਂਟ ਦੇ ਕੁਝ ਮੇਨ ਫੀਚਰ, ਪਾਰਲੀਮੈਂਟ ਅਸੀਂ ਕਿਸ ਦੇਸ਼ ਤੋਂ ਜਿਹੜਾ ਕੰਸੈਪਟ ਆ ਉਹ ਲਿਆ ਹੋਇਆ ਹੈਗਾ। ਇਸ ਤੋਂ ਇਲਾਵਾ ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਸਦਨ ਆ ਜਾਂਦੇ ਜਿਨ੍ਹਾਂ ਤੋਂ ਮਿਲ ਕੇ ਸਾਡਾ ਪੂਰਾ ਦਾ ਪੂਰਾ ਜਿਹੜਾ ਹੈ ਸੰਸਦ ਜਿਹੜਾ ਹੈ ਉਹ ਬਣਦਾ ਹੈਗਾ। ਪਾਰਲੀਮੈਂਟ ਜਿਹੜਾ ਹੈ ਇਹ ਇੱਕ ਫਰਾਂਸੀਸੀ ਵਰਡ ਹੈਗਾ। ਫਰਾਂਸੀਸੀ ਵਰਡ ਹੈਗਾ, ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜੀ। ਫਰਾਂਸੀਸੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੁੰਦਾ ਹੈਗਾ ਬੋਲਣਾ। ਮਤਲਬ ਕਿ ਜੇਕਰ ਆਪਾਂ ਇਸ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇਹ ਪਾਰਲੀਮੈਂਟ ਜਿਹੜਾ ਹੈਗਾ ਤਕਰੀਬਨ 1226 ਦੇ ਦਰਮਿਆਨ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਡਿਵੈਲਪ ਹੋਇਆ ਸੀਗਾ। ਇੰਗਲੈਂਡ ਦੇ ਵਿੱਚ ਜਿਹੜਾ ਹੈਗਾ ਜੀ ਇਸ ਦਾ ਮੁੱਖ ਮੋਟਿਵ ਇਹ ਸੀਗਾ ਕਿ ਜਿਹੜੇ ਉਸ ਸਮੇਂ ਦੇ ਉੱਥੇ ਅਮੀਰ ਵਰਗ ਸੀਗੇ, ਉਹਨਾਂ ਦੇ ਦੁਆਰਾ ਜਿਹੜੇ ਆਪਣੇ ਵਿਚਾਰ ਸੀਗੇ ਜਾਂ ਆਪਣੇ ਲੋਕਾਂ ਦੇ ਹੱਕਾਂ ਦੇ ਵਿੱਚ ਕੁਝ ਗੱਲ ਕਰਨੀ ਸੀਗੀ, ਉਹਨੂੰ ਉਹ ਬੋਲ ਕੇ ਆਪਣੀ ਇੱਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰਦੇ ਹੁੰਦੇ ਸੀਗੇ, ਜਿਸ ਨੂੰ ਨਾਮ ਦਿੱਤਾ ਜਾਂਦਾ ਸੀਗਾ ਸੰਸਦ ਦਾ, ਪਾਰਲੀਮੈਂਟ ਦਾ। ਠੀਕ ਹੈ, ਸੋ ਇੰਗਲੈਂਡ ਦੇ ਵਿੱਚ ਇਸ ਨੂੰ ਪਾਰਲੀਮੈਂਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਭਾਰਤ ਦੇ ਵਿੱਚ ਆਪਾਂ ਇਸ ਨੂੰ ਜਿਹੜਾ ਸੰਸਦ ਦਾ ਜਿਹੜਾ ਉਹ ਨਾਮ ਦੇ ਦਿੰਦੇ ਹੈਗੇ। ਸੋ ਇਸ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਦੋ ਸਦਨ ਰਹਿੰਦੇ ਹੈਗੇ ਕਿ ਜੇਕਰ ਆਪਾਂ ਇੰਗਲੈਂਡ ਤੋਂ ਸ਼ੁਰੂਆਤ ਦੀ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਜਦੋਂ ਇਸ ਨੂੰ ਇੰਗਲੈਂਡ ਦੇ ਵਿੱਚ ਸ਼ੁਰੂ ਕੀਤਾ ਗਿਆ 1226 ਦੇ ਵਿੱਚ, ਉਸੇ ਸਮੇਂ ਦੇ ਦੌਰਾਨ ਹੌਲੀ ਹੌਲੀ ਇਹਦੇ ਵਿੱਚ ਹੋਰ ਕਾਫੀ ਸਾਰੀਆਂ ਚੀਜ਼ਾਂ ਐਡ ਕਰਕੇ ਇਹਨੂੰ ਦੋ ਸਦਨਾਂ ਦੇ ਵਿੱਚ ਜਿਹੜਾ ਉਹ ਡਿਵਾਈਡ ਕਰ ਦਿੱਤਾ ਗਿਆ ਸੀਗਾ। ਐਗਜ਼ਾਮ ਦੇ ਪੱਖ ਤੋਂ ਆਪਣੇ ਕੋਲੇ ਦੋ ਪੁਆਇੰਟ ਆਉਂਦੇ ਹੁੰਦੇ ਆ। ਇੱਕ ਤਾਂ ਪੁੱਛਦੇ ਹੁੰਦੇ ਆ ਕਿ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹਦੇ ਕਿੰਨੇ ਸਦਨ ਹੈਗੇ ਨੇ, ਇਸ ਤੋਂ ਇਲਾਵਾ USA ਦੀ ਜਿਹੜੀ ਪਾਰਲੀਮੈਂਟ ਹੈ ਉਸਦੇ ਕਿੰਨੇ ਸਦਨ ਹੈਗੇ ਨੇ, ਤੇ ਤੀਸਰਾ ਆਪਣੇ ਕੋਲੇ ਭਾਰਤ ਦੇ ਜਿਹੜੇ ਸਦਨ ਨੇਗੇ ਉਹ ਕਿੰਨੇ ਹੈਗੇ ਨੇਗੇ। ਤਿੰਨਾਂ ਹੀ ਸਦਨਾਂ ਦੀ ਜੇਕਰ ਆਪਾਂ ਗੱਲ ਕਰੀਏ, ਤਿੰਨਾਂ ਹੀ ਕੰਟਰੀਆਂ ਦੀ ਜੇਕਰ ਆਪਾਂ ਗੱਲ ਕਰੀਏ, ਜਿਹਦੇ ਵਿੱਚ ਸਭ ਤੋਂ ਪਹਿਲਾਂ ਇੰਗਲੈਂਡ, ਜਿੱਥੇ ਪਾਰਲੀਮੈਂਟ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈਗੀ ਆ, ਉੱਥੇ ਵੀ ਜਿਹੜੇ ਹੈ ਦੋ ਹੀ ਸਦਨ ਹੈਗੇ ਨੇਗੇ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ USA ਦੀ, ਤਾਂ USA ਦੇ ਵਿੱਚ ਵੀ ਜਿਹੜੇ ਸਾਨੂੰ ਦੋ ਹੀ ਸਦਨ ਜਿਹੜੇ ਹੈ ਉਹ ਦੇਖਣ ਨੂੰ ਮਿਲਦੇ ਹੈਗੇ ਨੇ। ਤੀਸਰਾ ਆ ਜਾਂਦਾ ਹੈ ਸਾਡਾ ਭਾਰਤ ਜੀ, ਤਾਂ ਇਹ ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਤਕਰੀਬਨ ਦੋ ਹੀ ਸਦਨ ਮਿਲਦੇ ਹੈਗੇ ਕਿਉਂਕਿ ਇਹ ਦੋਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਸਾਰਾ ਕਨਸੈਪਟ ਜਿਹੜਾ ਇੰਗਲੈਂਡ ਤੋਂ ਲੈਤਾ ਹੈ, ਕਿਉਂਕਿ ਪਾਰਲੀਮੈਂਟ ਦਾ ਜਿਹੜਾ ਜਨਮਦਾਤਾ ਹੈ ਉਹ ਅਸਲ ਦੇ ਵਿੱਚ ਇੰਗਲੈਂਡ ਹੈ, ਜਿੱਥੋਂ ਇਸ ਨੂੰ ਕਾਪੀ ਕਰਕੇ ਜਿਹੜਾ ਬਾਕੀ ਦੇ ਦੇਸ਼ਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਐਡ ਕਰਕੇ ਆਪਣਾ ਇੱਕ ਪਾਰਟ ਬਣਾ ਲਿੱਤਾ ਹੈਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇੰਗਲੈਂਡ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਸੋ ਉਸ ਨੂੰ ਕਿਸ ਨਾਮ ਦੇ ਨਾਲ ਜਿਹੜਾ ਹੈ ਸੰਬੋਧਨ ਕੀਤਾ ਜਾਂਦਾ ਹੈਗਾ, ਦੈਨ ਉਹਦੇ ਕਿਹੜੇ ਕਿਹੜੇ ਸਦਨ ਹੈਗੇ ਨੇ। ਅੱਜ ਆਪਾਂ ਵੀ ਡਿਸਕਸ ਕਰਾਂਗੇ ਕਿ ਪਾਰਲੀਮੈਂਟ ਦੇ ਜਿਹੜੇ ਵੱਖਰੇ ਵੱਖਰੇ ਨਾਮ ਨੇ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇਸ ਨੂੰ ਕੀ ਨਾਮ ਦਿੱਤਾ ਹੈ, ਸੋ ਵੀ ਆ ਜਾਊਗਾ। ਪਲੱਸ ਪਹਿਲਾਂ ਆਪਾਂ ਡਿਸਕਸ ਕਰਦੇ ਹੈਗੇ ਕਿ ਇੰਗਲੈਂਡ ਦੇ ਵਿੱਚ ਕਿੰਨੇ ਸਦਨ ਨੇ ਤੇ ਉਹਨਾਂ ਦੇ ਕੀ ਨਾਮ ਹੈਗੇ ਨੇ। ਨੈਕਸਟ USA ਦੇ ਕਿੰਨੇ ਸਦਨ ਨੇ ਤੇ ਉਹਨਾਂ ਦੇ ਕੀ ਨਾਮ ਹੈ, ਤੇ ਤੀਸਰਾ ਆ ਜਾਊਗਾ ਸਾਡਾ ਭਾਰਤ, ਇਸ ਦੇ ਵਿੱਚ ਕਿੰਨੇ ਸਦਨ ਨੇ ਤੇ ਉਹਨਾਂ ਨੂੰ ਕਿਸ ਕਿਸ ਨਾਮ ਦੇ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। तो पहला गल करते हाँ इंग्लैंड की। इंग्लैंड ਦੇ ਵਿੱਚ ਦੋ ਸਦਨ ਹੈਗੇ ਨੇਗੇ। तो पहला सदन हैगा जी हाउस ऑफ कॉमन। हाउस ऑफ कॉमन ਇਹ ਹੈ ਜੀ ਪਹਿਲਾ ਸਦਨ। ਹਾਊਸ ਆਫ ਕਾਮਨ ਜਿਹੜਾ ਹੈਗਾ ਇਹ ਹੇਠਲਾ ਸਦਨ ਆ ਜਾਂਦਾ ਹੈ। ਜਿਵੇਂ ਕਿ ਭਾਰਤ ਦੇ ਵਿੱਚ ਲੋਕ ਸਭਾ ਦਾ ਸਦਨ ਹੈ, ਉਸੇ ਤਰੀਕੇ ਦੇ ਨਾਲ ਇੰਗਲੈਂਡ ਦੇ ਵਿੱਚ ਜਿਹੜਾ ਸਦਨ ਹੈ ਉਸ ਨੂੰ ਨਾਮ ਦਿੱਤਾ ਜਾਂਦਾ ਹੈ ਹਾਊਸ ਆਫ ਕਾਮਨਸ। ਉਸੇ ਤਰੀਕੇ ਨਾਲ ਇਸ ਦਾ ਜਿਹੜਾ ਦੂਸਰਾ ਸਦਨ ਆ ਜਾਂਦਾ ਹੈ ਜੀ ਉਸ ਨੂੰ ਕਿਹਾ ਜਾਂਦਾ ਹੈ ਹਾਊਸ ਆਫ ਲਾਰਡਸ। ਹਾਊਸ ਆਫ ਲਾਰਡਸ। ਇਹ ਦੋ ਸਦਨ ਜਿਹੜੇ ਆ ਇੰਗਲੈਂਡ ਦੇ ਵਿੱਚ ਪਾਏ ਜਾਂਦੇ ਹੈਗੇ। ਹਾਊਸ ਆਫ ਕਾਮਨ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੇ ਦੁਆਰਾ ਚੁਣਿਆ ਜਾਂਦਾ ਹੈ, ਕਿਉਂਕਿ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈਗਾ, ਅਤੇ ਹੇਠਲਾ ਸਦਨ ਹੈਗਾ। ਠੀਕ ਹੈ, ਹੇਠਲਾ ਸਦਨ ਹੈ ਜਿਸ ਦੇ ਕਾਰਨ ਕਰਕੇ ਲੋਕਾਂ ਦੀ ਜਿਹੜੀ ਹੈ ਉਹ ਪ੍ਰਤੀਨਿਧਤਾ ਕਰਦਾ ਹੈ ਤੇ ਲੋਕਾਂ ਦੇ ਦੁਆਰਾ ਇਸ ਨੂੰ ਜਿਹੜਾ ਹੈ ਉਹ ਚੁਣ ਲਿਆ ਜਾਂਦਾ ਹੈਗਾ। ਦੂਸਰਾ ਹੈ ਜੀ ਹਾਊਸ ਆਫ ਲਾਰਡਸ। ਇਹ ਇੱਕ ਸਥਾਈ ਸਦਨ ਹੈ, ਪਰਮਾਨੈਂਟ ਸਦਨ ਹੈਗਾ,
ਜਿਹੜਾ ਵੀ ਮੈਂਬਰ ਇਸ ਦਾ ਇੱਕ ਵਾਰੀ ਮੈਂਬਰ ਬਣ ਜਾਂਦਾ ਹੈ ਉਹ ਤਕਰੀਬਨ ਜਿਹੜਾ ਹੈ ਲਾਈਫ ਟਾਈਮ ਤੱਕ ਜਿਹੜਾ ਹੈ ਇਸ ਦਾ ਮੈਂਬਰ ਰਹਿੰਦਾ ਹੈਗਾ ਗਾ। ਇਸ ਦੇ ਵਿੱਚ ਜਿਹੜਾ ਹੈ ਜੱਦੀ ਆਉਂਦਾ ਰਹਿੰਦਾ ਹੈ। ਜੇਕਰ ਕਿਸੇ ਦਾ ਪਿਤਾ ਇਸ ਦਾ ਮੈਂਬਰ ਜਿਹੜਾ ਬਣ ਜਾਂਦਾ ਤਾਂ ਅੱਗੇ ਉਸਦੀ ਜਿਹੜੀ ਜਨਰੇਸ਼ਨ ਆਉਣ ਵਾਲੇ ਬੱਚੇ ਹੈ ਉਹ ਆਟੋਮੈਟਿਕਲੀ ਇਸ ਦੇ ਮੈਂਬਰਾਂ ਦੇ ਵਿੱਚ ਐਡ ਹੁੰਦੇ ਰਹਿੰਦੇ ਹੈਗੇ, ਮਤਲਬ ਉਹਨਾਂ ਨੂੰ ਚੋਣ ਲੜਨ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਪੈਂਦੀ ਹੈਗੀ। ਦੂਸਰਾ ਦੇਸ਼ ਆ ਜਾਂਦਾ ਹੈ ਜੀ USA, ਅਮਰੀਕਾ। ਸੋ ਅਮਰੀਕਾ ਦੇ ਵਿੱਚ ਵੀ ਦੋ ਹੀ ਸਦਨ ਨੇਗੇ ਜੀ। ਸੋ ਇਹਦੇ ਵੀ ਦੋ ਹੀ ਪਾਰਟ ਹੈਗੇ ਨੇ। ਪਹਿਲੇ ਹਿੱਸੇ ਨੂੰ ਕਿਹਾ ਜਾਂਦਾ ਹੈ the house of representative, the house of representative, representative, ठीक है, सॉरी, representative ਇਹ ਹੈ ਜੀ ਪਹਿਲਾ। ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਲੋਕਾਂ ਨੂੰ ਪ੍ਰੈਜ਼ੈਂਟ ਕਰਦਾ ਹੈ, ਕਿਉਂਕਿ ਇਸ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੀ ਜਿਹੜੀ ਗੱਲ ਹੋ ਰਹੀ ਹੈ, ਜਿੱਥੇ ਵੀ ਕਿਤੇ ਰਿਪਰੈਜ਼ੈਂਟ ਹੋਊਗਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਲੋਕਾਂ ਦੁਆਰਾ ਚੁਣਿਆ ਜਾਂਦਾ ਹੋਊਗਾ। ਤੇ ਇਹ ਸਦਨ ਜਿਹੜਾ ਹੈਗਾ ਉਹ ਸਧਾਰਨ ਸਦਨ, ਮਤਲਬ ਕਿ ਲੋਕ ਸਭਾ ਦੇ ਨਾਲ ਆਪਾਂ ਨੂੰ ਕੰਪੇਅਰ ਕਰਾਂਗੇ। ਦੂਸਰਾ ਸਦਨ ਹੁੰਦਾ ਹੈ ਜੀ ਦਾ ਸੈਨੇਟ। ਦੂਸਰਾ ਸਦਨ ਹੁੰਦਾ ਹੈ ਦਾ ਸੈਨੇਟ। ਇਹ ਦੋ ਸਦਨ ਜਿਹੜੇ ਹੈਗੇ ਨੇਗੇ ਇਹ USA ਦੇ ਵਿੱਚ ਪਾਏ ਜਾਂਦੇ ਹੈਗੇ ਅੱਗੇ, ਅਤੇ ਦੋ ਹੀ ਸਦਨ ਜਿਹੜੇ ਹੈਗੇ ਅੱਗੇ ਉਹ ਇੰਗਲੈਂਡ ਦੇ ਵਿੱਚ ਪਾਏ ਜਾਂਦੇ ਆ। ਦੋਨਾਂ ਦੇ ਵਿੱਚ ਡਿਫਰੈਂਸ ਇਹੀ ਹੈ ਕਿ ਨਾਮ ਦੇ ਵਿੱਚ ਪਰਿਵਰਤਨ, ਹਾਲਾਂਕਿ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਦੋਨਾਂ ਦੇ ਵਿੱਚ ਸੇਮ ਹੀ ਰਹਿੰਦੀਆਂ ਨੇ। ਕੋਈ ਵੱਖਰਾ ਜਿਹੜਾ ਇਹਦੇ ਵਿੱਚ ਕਨਸੈਪਟ ਹੈ ਉਹ ਨਹੀਂ ਦੇਖਣ ਨੂੰ ਮਿਲਦਾ। ਦੋਨਾਂ ਦੇ ਵਿੱਚ ਹਾਊਸ ਆਫ ਲਾਰਡਸ ਅਤੇ ਦਾ ਸੈਨੇਟ ਜਿਹੜੇ ਹੈਗੇ ਨੇ ਇਹ ਸਥਾਈ ਸਦਨ ਰਹਿੰਦੇ ਹੈਗੇ। ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੈਂਬਰ ਨੂੰ ਆਪਾਂ ਬਾਹਰ ਜਿਹੜਾ ਉਹ ਨਹੀਂ ਕੱਢ ਸਕਦੇ ਹੈਗੇ, ਕਿਉਂਕਿ ਉਹ ਸਥਾਈ ਰਹਿੰਦੇ ਹੈਗੇ ਆ। ਬਟ ਉੱਥੇ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਅਤੇ ਹਾਊਸ ਆਫ ਕਾਮਨ, ਇਹਦੇ ਜਿਹੜੇ ਮੈਂਬਰ ਹੈਗੇ ਅੱਗੇ ਉਹ ਵੋਟਾਂ ਦੇ ਥਰੂ, ਇਲੈਕਸ਼ਨ ਦੇ ਥਰੂ ਜਿਹੜਾ ਹੈ ਚੁਣੇ ਜਾਂਦੇ ਹੈਗੇ ਨੇਗੇ, ਅਤੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਵੀ ਜਿਹੜਾ ਹੈ ਉਹ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ। तो इत्थे तक ਜਿਹੜਾ अपना हो जाता है, जिस ਦੇ ਵਿੱਚ ਆਪਾਂ ਦੋ ਦੇਸ਼ਾਂ ਨੂੰ ਜਿਹੜਾ ਹੈ ਕੰਪੇਅਰ ਕੀਤਾ ਹੈ। ਨੈਕਸਟ ਇਸ ਤੋਂ ਇਲਾਵਾ ਆ ਜਾਂਦਾ ਹੈ ਸਾਡੇ ਕੋਲੇ ਭਾਰਤ ਜੀ। ਸੋ ਭਾਰਤ ਦੇ ਵਿੱਚ ਵੀ ਆਪਾਂ ਦੋ ਹੀ ਸਦਨ ਜਿਹੜੇ ਉਹ ਡਿਸਕਸ ਕਰਦੇ ਹੈਗੇ ਆਂਗੇ, ਜਿਸ ਦੇ ਵਿੱਚੋਂ ਇੱਕ ਨੂੰ ਕਿਹਾ ਜਾਂਦਾ ਹੈ ਲੋਕ ਸਭਾ, ਇੱਕ ਨੂੰ ਕਿਹਾ ਜਾਂਦਾ ਹੈ ਲੋਕ ਸਭਾ, ਤੇ ਦੂਸਰੇ ਨੂੰ ਕਿਹਾ ਜਾਂਦਾ ਹੈ ਰਾਜ ਸਭਾ। ਰਾਜ ਸਭਾ, ठीक है। तो दो इत्थे देखने ਨੂੰ मिलते हैं। सो ये कुछ बेसिक जिहा स्ट्रक्चर सीगा जी, ਜਿਹੜਾ पार्लीमेंट है ਇਹ किस तरह ਦੇ ਨਾਲ ਹੋਣ ਦੇ ਵਿੱਚ ਆਇਆ ਹੈ। ਸਾਲ 1226 ਦੇ ਵਿੱਚ ਸਭ ਤੋਂ ਪਹਿਲਾਂ ਇਸ ਨੂੰ ਇੰਗਲੈਂਡ ਦੇ ਵਿੱਚ ਜਿਹੜਾ ਡਿਵੈਲਪ ਕੀਤਾ ਗਿਆ ਸੀਗਾ। ਦੈਨ ਇਸ ਤੋਂ ਬਾਅਦ ਵੱਖਰੇ ਵੱਖਰੇ ਦੇਸ਼ਾਂ ਨੇ ਸਮੇਂ-ਸਮੇਂ ਦੇ ਉੱਪਰ ਆਪਣੇ ਕਨਸਟੀਟਿਊਸ਼ਨਾਂ ਦੇ ਵਿੱਚ ਇਹਨਾਂ ਕਨਸੈਪਟਾਂ ਨੂੰ ਐਡ ਕਰਕੇ ਪਾਰਲੀਮੈਂਟ ਜਿਹੜਾ ਹੈਗਾ ਉਹ ਆਪਣੇ ਜਿਹੜਾ ਹੈ ਦੇਸ਼ਾਂ ਦੇ ਸੰਵਿਧਾਨ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਜਿਹੜਾ ਹੈ ਦੋ ਸਦਨਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਹੈਗਾ। ਨੈਕਸਟ ਆਪਾਂ ਗੱਲ ਕਰਦੇ ਹੈਗੇ ਕੁਝ ਇਹਨਾਂ ਦੇ ਜਿਹੜੇ ਨਾਮ ਵੀ ਰਹਿੰਦੇ ਹੈਗੇ ਨੇਗੇ, ਜਿਸ ਦੇ ਆਧਾਰ ਦੇ ਉੱਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੇ ਨਾਮਾਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਕਿ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਕੀ ਇਹਨਾਂ ਨੂੰ ਕਿਹਾ ਜਾਂਦਾ ਹੈਗਾ। ਸੌਰੀ ਅੱਜ ਥੋੜਾ ਜਿਹਾ ਫਸਟ ਹੈ ਤਾਂ ਇੱਕਦਮ, ਕਿਉਂਕਿ ਵੀਡੀਓ ਮੈਂ ਕਦੇ ਵੈਸੇ ਬਣਾਈ ਨਹੀਂ ਹੈਗੀ। ਵੈਸੇ ਕਲਾਸ ਤਾਂ ਜ਼ਰੂਰ ਜਿਹੜੀ ਚੱਲਦੀ ਰਹਿੰਦੀ ਹੈਗੀ, ਵੈਸੇ ਵੀਡੀਓ ਕਦੇ ਨਹੀਂ ਬਣਾਈ ਸੀਗੀ। ਹਾਂਜੀ, ਪਾਰਲੀਮੈਂਟ ਜਿਹੜਾ ਹੈ ਇਹ ਫਰਾਂਸੀਸੀ ਭਾਸ਼ਾ ਦਾ ਸ਼ਬਦ ਸੀਗਾ। 1226 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀਗੀ। ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਪਾਰਲੀਮੈਂਟ ਨੂੰ ਜਿਹੜਾ ਹੈ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਕਿਸ ਕਿਸ ਨਾਮ ਦੇ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਪਾਰਲੀਮੈਂਟ, ਸੰਸਦ, ਠੀਕ ਹੈ। ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਨਾਮ ਜਿਹੜੇ ਇਹਨਾਂ ਦੇ ਰਹਿੰਦੇ ਹੈਗੇ ਨੇਗੇ, ਜਿਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਕਾਫੀ ਵਾਰ ਜਿਹੜੇ ਆਉਂਦੇ ਰਹਿੰਦੇ ਹੈਗੇ ਨੇ। ਜਿਨ੍ਹਾਂ ਦੇ ਵਿੱਚੋਂ ਪਹਿਲੇ ਦੋ ਦੇਸ਼ ਹੈਗੇ ਅਰਜਨਟੀਨਾ, ਅਰਜਨਟੀਨਾ ਅਤੇ ਬ੍ਰਾਜ਼ੀਲ, ਅਤੇ ਬ੍ਰਾਜ਼ੀਲ ਦੋਨੋਂ ਹੀ ਦੇਸ਼ ਜਿਹੜੇ ਹੈਗੇ ਸਾਊਥ ਅਮਰੀਕਾ ਦਾ ਪਾਰਟ ਹੈਗੇ। ਤੇ ਇੱਥੇ ਜਿਹੜੀ ਪਾਰਲੀਮੈਂਟ ਹੈ ਉਹਦਾ ਨਾਮ ਰੱਖਿਆ ਗਿਆ ਹੈ ਜੀ ਨੈਸ਼ਨਲ ਕਾਂਗਰਸ। ਨੈਸ਼ਨਲ ਕਾਂਗਰਸ ਆਪਣੇ ਕੋਲੇ ਜਿਹੜੀ ਹੈ ਇੱਕ ਉਹ ਪਾਰਟੀ ਹੈ ਜੋ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਬਟ ਆਪਾਂ ਇੱਥੇ ਗੱਲ ਕਰ ਰਹੇ ਹੈਗੇ ਆਂਗੇ ਸੰਸਦ। ਸੰਸਦ ਦਾ ਜਿਹੜਾ ਨਾਮ ਹੈ ਉਸ ਨੂੰ ਜਿਹੜਾ ਹੈ ਅਰਜਨਟੀਨਾ ਤੇ ਬ੍ਰਾਜ਼ੀਲ ਦੇ ਵਿੱਚ ਨਾਮ ਦਿੱਤਾ ਜਾਂਦਾ ਹੈਗਾ ਜੀ ਨੈਸ਼ਨਲ ਕਾਂਗਰਸ ਦਾ। ਠੀਕ ਹੈ। ਉਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ, ਬ੍ਰਿਟੇਨ ਦੇ ਵਿੱਚ, ਯਾਨੀ ਕਿ ਇੰਗਲੈਂਡ ਦੇ ਵਿੱਚ, ਓਕੇ, ਇਹਨਾਂ ਦੋ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਨਾਮ ਰੱਖਿਆ ਗਿਆ ਹੈ ਜੀ ਸੰਸਦ ਦਾ ਪਾਰਲੀਮੈਂਟ, ਕਿਉਂਕਿ ਇਹ ਇਸ ਦੇਸ਼ ਤੋਂ ਹੀ ਡਿਵੈਲਪ ਹੋਈ ਹੈ। ਇਸ ਕਰਕੇ ਇਹਨਾਂ ਨੇ ਆਪਣੀ ਇਸ ਸੰਸਦ ਦਾ ਨਾਮ ਜਿਹੜਾ ਹੈ ਉਹ ਪਾਰਲੀਮੈਂਟ ਹੀ ਰੱਖਿਆ ਹੋਇਆ, ਮਤਲਬ ਕਿ ਕੋਈ ਵੱਖਰਾ ਨਾਮ ਜਿਹੜਾ ਹੈ ਉਹ ਇੱਥੇ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਹੈਗਾ। ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਇਸ ਦਾ ਨਾਮ ਹੈ ਜੀ ਫੈਡਰਲ ਪਾਰਲੀਮੈਂਟ। ਠੀਕ ਹੈ। ਫੈਡਰਲ ਪਾਰਲੀਮੈਂਟ ਦਾ ਜਿਹੜਾ ਹੈ ਇਸ ਨੂੰ ਨਾਮ ਦਿੱਤਾ ਗਿਆ ਹੈ ਫੈਡਰਲ
ਪਾਰਲੀਮੈਂਟ ਦਾ ਨਾਮ ਇਸ ਨੂੰ ਦਿੱਤਾ ਗਿਆ ਹੈ। ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਸਨੂੰ ਫੈਡਰਲ ਜਿਹੜਾ ਹੈ ਪਾਰਲੀਮੈਂਟ ਦਾ ਨਾਮ ਦਿੱਤਾ ਗਿਆ ਹੈ। ਨੈਕਸਟ ਆਉਂਦੇ ਹੈਗੇ ਆ ਜੀ, ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਗਾ ਜੀ, ਕਿ ਕਾਂਗਰਸ ਕਿੱਥੇ ਕਿੱਥੇ ਕਿਹਾ ਜਾਂਦਾ ਹੈ। ਕਾਂਗਰਸ ਇਸ ਨੂੰ ਕੋਲੰਬੀਆ ਦੇ ਵਿੱਚ ਕਿਹਾ ਜਾਂਦਾ ਹੈ, ਕੋਲੰਬੀਆ ਐਂਡ USA। ਕੋਲੰਬੀਆ ਐਂਡ USA ਦੇ ਵਿੱਚ ਜਿਹੜੀ ਸੰਸਦ ਹੈ ਉਸ ਨੂੰ ਜਾਣਿਆ ਜਾਂਦਾ ਹੈ ਜੀ ਕਾਂਗਰਸ ਦੇ ਨਾਮ ਦੇ ਨਾਲ। ਧਿਆਨ ਰੱਖਣਾ ਕਿ ਜਿਹੜੀ ਕਾਂਗਰਸ ਹੈਗੀ ਇਹ ਪਾਰਟੀ ਨਹੀਂ ਹੈਗੀ ਕਿ ਇਹ ਇੱਕ ਸਦਨ ਦਾ ਨਾਮ ਹੈਗਾ ਗਾ, ਕਿਤੇ ਇਸ ਨੂੰ ਉਸਦੇ ਨਾਲ ਕੰਪੇਅਰ ਕਰੀਏ। ਉਹ ਕਾਫੀ ਵਾਰ ਪੇਪਰ ਦੇ ਵਿੱਚ ਆਇਆ ਹੈ ਕਿ ਜਿਹੜੀ USA ਦੀ ਪਾਰਲੀਮੈਂਟ ਹੈ ਉਸ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਤਾਂ ਕਾਂਗਰਸ ਜਿਹੜਾ ਹੈ ਉਸ ਨੂੰ ਨਾਮ ਦਿੱਤਾ ਹੋਇਆ ਹੈਗਾ। ਠੀਕ ਹੈ, ਨੈਕਸਟ ਆਉਂਦਾ ਹੈ ਜੀ ਸਾਡਾ ਭਾਰਤ। ਸਾਡੇ ਭਾਰਤ ਦੇ ਵਿੱਚ ਜਿਹੜਾ ਹੈ, ਇੰਡੀਆ ਦੇ ਵਿੱਚ ਇਸ ਨੂੰ ਸੰਸਦ ਕਿਹਾ ਜਾਂਦਾ ਹੈ, ਸੰਸਦ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ। ਬਟ ਜੇ ਆਪਾਂ ਇੰਗਲਿਸ਼ ਦੇ ਵਿੱਚ ਹੀ ਗੱਲ ਕਰੀਏ ਤਾਂ ਇੰਗਲਿਸ਼ ਦੇ ਵਿੱਚ ਜਿਹੜਾ ਹੈ ਇਸ ਨੂੰ ਪਾਰਲੀਮੈਂਟ ਦੇ ਨਾਮ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ। ਬਟ ਨਾਰਮਲ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਆਪਾਂ ਇਸ ਦੇ ਲਈ ਸੰਸਦ ਸ਼ਬਦ ਜਿਹੜਾ ਹੈ ਉਹ ਵਰਤ ਲੈਂਦੇ ਹੈਗੇ। ਇੱਕ ਦੇਸ਼ ਹੋਰ ਹੈ ਜੀ, ਉਹ ਹੈ ਜਾਪਾਨ। ਜਾਪਾਨ ਦੇ ਵਿੱਚ ਜਿਹੜਾ ਹੈ ਸੰਸਦ ਨੂੰ ਕਿਹਾ ਜਾਂਦਾ ਹੈ ਜੀ ਡਾਈਟ। ਇਹ ਵੀ 2-3 ਵਾਰ ਪੇਪਰ ਦੇ ਵਿੱਚ ਆ ਚੁੱਕਿਆ ਹੈ ਕਿ ਕਿਹੜੇ ਕਿਹੜੇ ਨਾਮਾਂ ਦੇ ਨਾਲ ਇਸ ਨੂੰ ਜਿਹੜਾ ਹੈ ਉਹ ਜਾਣਿਆ ਜਾਂਦਾ। ਸੋ ਇਹ ਵੀ ਤੁਸੀਂ ਇਸ ਦੇ ਨਾਲ ਜਿਹੜਾ ਉਹ ਐਡ ਕਰ ਸਕਦੇ ਹੈਗੇ ਹੋਗੇ। ਠੀਕ ਹੈ, ਤਾਂ ਆਪਾਂ ਗੱਲ ਕਰਦੇ ਹੈਗੇ ਇਸ ਦੇ ਵਿੱਚ ਦੁਬਾਰਾ ਤੋਂ ਇੱਕ ਵਾਰ ਰਿਵਾਈਜ਼ ਕਰ ਲੈਣਾ ਹੈ ਕਿ 2 ਦੇਸ਼ ਨੇਗੇ ਜਿਨ੍ਹਾਂ ਦੇ ਵਿੱਚ ਅਰਜਨਟੀਨਾ ਤੇ ਬ੍ਰਾਜ਼ੀਲ, ਜਿਨ੍ਹਾਂ ਦੀ ਸੰਸਦ ਦਾ ਨਾਮ ਹੈ ਜੀ ਨੈਸ਼ਨਲ ਕਾਂਗਰਸ। ਨੈਸ਼ਨਲ ਕਾਂਗਰਸ ਕਿੱਥੇ ਕਿਹਾ ਜਾਂਦਾ ਹੈ ਜੀ, ਅਰਜਨਟੀਨਾ ਦੇ ਵਿੱਚ ਅਤੇ ਬ੍ਰਾਜ਼ੀਲ ਦੇ ਵਿੱਚ। ਇਹ ਦੋਨੋਂ ਦੇਸ਼ ਸਾਊਥ ਅਮਰੀਕਾ ਦੀਆਂ ਜਿਹੜੀਆਂ ਨੇ ਸਟੇਟਾਂ ਨੇਗੀਆਂ। ਨੈਕਸਟ ਹੈ ਜੀ ਕੈਨੇਡਾ ਤੇ ਬ੍ਰਿਟੇਨ। ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਜਿਹੜੀ ਸੰਸਦ ਹੈ ਉਸ ਦਾ ਨਾਮ ਜਿਹੜਾ ਹੈ ਉਹ ਪਾਰਲੀਮੈਂਟ ਹੈਗਾ ਗਾ। ਸੋ ਇੱਥੇ ਇਸ ਨੂੰ ਜਿਹੜਾ ਹੈ ਪਾਰਲੀਮੈਂਟ ਦੇ ਨਾਮ ਨਾਲ ਜਿਹੜਾ ਹੈ ਸੰਬੋਧਨ ਕੀਤਾ ਜਾਂਦਾ ਹੈਗਾ ਗਾ। ਸੋ ਸੇਮ ਨਾਮ ਜਿਹੜਾ ਇਸ ਦਾ ਚੱਲਦਾ ਹੈਗਾ ਗਾ, ਅਤੇ ਇਹ ਬ੍ਰਿਟੇਨ ਦੇ ਵਿੱਚ ਹੀ ਡਿਵੈਲਪ ਹੋਈ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਕੋਈ ਵੱਖਰਾ ਦੇਸ਼ ਨਹੀਂ ਹੈ। ਸੋ ਇੱਥੋਂ ਹੀ ਸ਼ੁਰੂ ਹੋਈ ਹੈ ਪਾਰਲੀਮੈਂਟ, ਇਸ ਕਰਕੇ ਇਹਦਾ ਪਾਰਲੀਮੈਂਟ ਨਾਮ ਜਿਹੜਾ ਉਹ ਇਸੇ ਸਥਾਨ ਤੋਂ ਹੀ ਰਹਿੰਦਾ ਹੈਗਾ। ਤੀਸਰਾ ਹੈ ਜੀ ਆਸਟ੍ਰੇਲੀਆ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਸ ਨੂੰ ਕਿਹਾ ਜਾਂਦਾ ਹੈ ਫੈਡਰਲ ਪਾਰਲੀਮੈਂਟ, ਸੰਘਾਤਮਕ ਸੰਸਦ ਜਿਹਨੂੰ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਇਹ ਨਾਮ ਜਿਹੜਾ ਇਸ ਦਾ ਫੈਡਰਲ ਪਾਰਲੀਮੈਂਟ ਰਹਿੰਦਾ ਹੈਗਾ ਗਾ। ਕੋਲੰਬੀਆ ਅਤੇ USA। ਕੋਲੰਬੀਆ ਅਤੇ USA, ਕੋਲੰਬੀਆ ਜਿਹੜਾ ਹੈ ਸਾਊਥ ਅਮਰੀਕਾ ਦੀ ਇੱਕ ਕੰਟਰੀ ਆ ਜਾਂਦੀ ਹੈਗੀ ਹੈ ਅਤੇ USA ਨਾਰਥ ਅਮਰੀਕਾ ਦਾ ਇੱਕ ਪਾਰਟ ਹੈਗਾ ਗਾ ਤੇ ਸਭ ਤੋਂ ਪਾਵਰਫੁਲ ਕੰਟਰੀ ਹੈ। ਸੋ ਇਸ ਨੂੰ ਜਿਹੜੀ ਸੰਸਦ ਹੈ ਜਿਹੜੀ ਇੱਥੋਂ ਦੀ ਉਹਨੂੰ ਕਿਹਾ ਜਾਂਦਾ ਹੈ ਕਾਂਗਰਸ। ਕਾਂਗਰਸ ਵੈਰੀ ਵੈਰੀ ਇੰਪੋਰਟੈਂਟ ਹੈ, ਕਾਫੀ ਵਾਰ ਜਿਹੜਾ ਪੇਪਰ ਦੇ ਵਿੱਚ ਆ ਚੁੱਕੀ ਹੈਗੀ। ਨੈਕਸਟ ਹੈ ਜੀ ਅੱਗੇ ਇੰਡੀਆ। ਇੰਡੀਆ ਦੇ ਵਿੱਚ ਪਾਰਲੀਮੈਂਟ ਨੂੰ ਕਿਹਾ ਜਾਂਦਾ ਹੈ ਸੰਸਦ, ਅਤੇ ਆਪਾਂ ਇੱਥੇ ਨਾਲ ਹੀ ਇਹ ਵੀ ਨੋਟ ਕਰ ਲੈਣਾ ਹੈ ਨਾਲ ਕਿ ਅਸੀਂ ਇਹਨੂੰ ਪਾਰਲੀਮੈਂਟ ਵੀ ਜਿਹੜਾ ਹੈ ਉਹ ਲਿਖ ਦਿੰਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅਸੀਂ ਸੰਸਦ ਹੀ ਕਹਿੰਦੇ, ਬਟ ਵੈਸੇ ਨਾਰਮਲੀ ਦੁਨੀਆ ਦੇ ਵਿੱਚ ਜੇਕਰ ਆਪਣਾ ਭਾਰਤ ਮਸ਼ਹੂਰ ਹੈ ਪਾਰਲੀਮੈਂਟ ਨੂੰ ਲੈ ਕੇ ਤਾਂ ਉੱਥੇ ਇਸ ਨੂੰ ਜ਼ਿਆਦਾਤਰ ਜਿਹੜਾ ਹੈ ਸੰਸਦ ਦੇ ਨਾਮ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਆਪਣੇ ਕੋਲੇ ਲਾਸਟ ਦੇਸ਼ ਜਾਪਾਨ। ਸੋ ਜਾਪਾਨ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਸ ਨੂੰ ਡਾਈਟ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਖਾਣ ਪੀਣ ਵਾਲੀ ਕੋਈ ਚੀਜ਼ ਨਹੀਂ ਹੈ, ਇਹ ਇੱਕ ਸਦਨ ਹੈਗਾ ਗਾ ਜਿਸ ਦੇ ਅਕੋਰਡਿੰਗ ਉੱਥੋਂ ਦੀਆਂ ਜਿਹੜੀਆਂ ਅਦਾਲਤਾਂ ਨੇ ਉਹ ਕੰਮ ਕਰਦੀਆਂ ਹੈਗੀਆਂ ਸੌਰੀ ਉੱਥੋਂ ਦਾ ਜਿਹੜਾ ਸ਼ਾਸਨ ਪ੍ਰਬੰਧ ਆ ਉਹ ਕੰਮ ਕਰਦਾ ਹੈਗਾ ਗਾ, ਕਾਨੂੰਨ ਬਣਾਉਂਦਾ ਹੈ। ਸੋ ਇਹਦਾ ਨਾਮ ਜਿਹੜਾ ਹੈ ਉਹ ਡਾਈਟ ਰਹਿੰਦਾ ਹੈ। ਸੋ ਇਹ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਹਦੇ ਵੱਖਰੇ ਵੱਖਰੇ ਨਾਮ ਹੈ ਜਿਸ ਦੇ ਅਕੋਰਡਿੰਗ ਉਹਨਾਂ ਨੂੰ ਆਪਾਂ ਇੱਥੇ ਐਡ ਕੀਤਾ ਹੈ। ਠੀਕ ਹੈ, ਪਾਰਲੀਮੈਂਟ ਜਿਹੜਾ ਹੈ ਇਸ ਦੀ ਸ਼ੁਰੂਆਤ ਜਿਹੜੀ ਹੈਗੀ ਆਪਾਂ ਡਿਸਕਸ ਕੀਤਾ ਸੀਗਾ ਕਿ ਇੰਗਲੈਂਡ ਤੋਂ ਹੀ ਹੈਗੀ। ਸੋ ਇਸ ਕਾਰਨ ਕਰਕੇ ਇਹ ਸਪੈਸ਼ਲੀ ਇੰਗਲੈਂਡ ਦੇ ਨਾਲ ਹੀ ਜੁੜਿਆ ਹੈ ਤੇ ਇੰਗਲੈਂਡ ਦੇ ਵਿੱਚ ਇਹਨੂੰ ਪਾਰਲੀਮੈਂਟ ਕਿਹਾ ਜਾਂਦਾ ਹੈ। ਉੱਥੋਂ ਹੀ ਅਸੀਂ ਇਹ ਕਨਸੈਪਟ ਲੈ ਕੇ ਜਿਹੜਾ ਹੈ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਡ ਕਰ ਦਿੱਤਾ ਹੈ, ਜਿਸ ਦੇ ਨਾਲ ਸਾਡੇ ਕੋਲੇ ਵਰਤਮਾਨ ਸਮੇਂ ਜਿਹੜੀ ਸੰਸਦ ਹੈ ਉਹ ਕੰਮ ਕਰ ਰਹੀ ਹੈਗੀ ਆ। ਓਕੇ, ਨੈਕਸਟ ਚੱਲਦੇ ਹਾਂ ਸਾਡੇ ਇੰਡੀਆ ਦੇ ਵਿੱਚ। ਇਹ ਕੁਝ ਵਰਡ ਦੀ ਜਾਣਕਾਰੀ ਸੀ ਜਿਸ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਸੰਸਦ ਹੈ ਇਹ ਅਸਲ ਦੇ ਵਿੱਚ ਕਿੱਥੋਂ ਸ਼ੁਰੂ ਹੋਈ ਹੈਗੀ ਹੈ ਤੇ ਕਿਸ ਕਿਸ ਦੇਸ਼ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ, ਕਿਹੜੇ ਦੇਸ਼ ਦੇ ਵਿੱਚ ਇਸ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਨੈਕਸਟ ਸਾਡੀ ਇੰਡੀਅਨ ਪਾਰਲੀਮੈਂਟ ਤੇ ਆਉਣੇ ਹੈਗੇ ਆ ਕਿ ਇੰਡੀਆ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਸਦਨ ਆਉਂਦੇ ਹੈਗੇ ਨੇਗੇ, ਕਿਸ ਕਿਸ ਤਰੀਕੇ ਦੇ ਨਾਲ ਉਸ ਨੂੰ ਬਣਾਇਆ ਗਿਆ ਹੈ, ਕਿਸ ਆਰਟੀਕਲ ਦੇ ਵਿੱਚ ਉਸ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ। ਸੋ ਉਸ ਨੂੰ ਆਪਾਂ ਇਸ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਦੇ ਹਾਂ। ਹੁਣ ਗੱਲ ਕਰਦੇ ਆਪਾਂ ਇੰਡੀਅਨ ਪਾਰਲੀਮੈਂਟ ਦੀ। ਸੋ ਵਰਡ ਦਾ ਜਿਹੜਾ ਆਪਣਾ ਸਮਾਪਤ ਹੋ ਚੁੱਕਿਆ ਜਿਸ ਦੇ ਵਿੱਚ ਪੂਰਾ ਵਰਡ ਜਿਹੜਾ ਆਪਾਂ ਗੱਲ ਕੀਤੀ ਸੀਗੀ ਕਿ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਕੀ ਕੀ ਕਿਹਾ ਜਾਂਦਾ ਹੈ ਤੇ ਕਿਹੜੇ ਕਿਹੜੇ ਸਦਨ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਪਾਏ ਜਾਂਦੇ ਹੈਗੇ ਨੇਗੇ। ਨੈਕਸਟ ਗੱਲ ਕਰਦੇ ਹੈਗੇ ਆਪਾਂ ਇੰਡੀਅਨ ਪਾਰਲੀਮੈਂਟ ਦੀ। ਇੰਡੀਅਨ ਪਾਰਲੀਮੈਂਟ ਦੀ ਜਿਹਨੂੰ ਕਿ ਭਾਰਤੀ ਸੰਸਦ ਕਿਹਾ ਜਾਂਦਾ ਹੈ। ਭਾਰਤੀ ਸੰਸਦ, ਭਾਰਤੀ ਜਿਹੜੀ ਸੰਸਦ ਹੈ ਜਾਂ ਇੰਡੀਅਨ ਪਾਰਲੀਮੈਂਟ ਜਿਹੜੀ ਹੈ ਇਹ ਯੂਨੀਅਨ ਗਵਰਨਮੈਂਟ ਦਾ ਇੱਕ ਪਾਰਟ ਹੈਗੀ। ਯੂਨੀਅਨ ਗਵਰਨਮੈਂਟ ਦੇ ਅੰਡਰ ਆਉਂਦੀ ਹੈਗੀ ਆ, ਮਤਲਬ ਕਿ ਕੇਂਦਰ ਦੇ ਅੰਡਰ ਆਉਂਦੀ ਹੈਗੀ, ਸੰਘ ਦੇ ਅੰਡਰ ਇਹ ਕੰਮ ਕਰਦੀ ਹੈਗੀ ਅਤੇ ਸੰਘ ਦਾ ਜਿਹੜਾ ਪਾਰਟ ਹੈਗਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ, ਯਾਨੀ ਕਿ ਇਹ ਯੂਨੀਅਨ ਗਵਰਨਮੈਂਟ ਦਾ ਇੱਕ
ਪਾਰਟ ਹੈ ਤੇ ਯੂਨੀਅਨ ਨੂੰ ਲੈ ਕੇ ਸਾਡੇ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਨੰਬਰ 5 ਜਿਹੜਾ ਹੈਗਾ ਗਾ ਉਹ ਬਿਆਨ ਕਰਦਾ, ਜਿਸ ਦੇ ਵਿੱਚ ਸਾਰੀਆਂ ਵਿਵਸਥਾਵਾਂ ਜਿਹੜੀਆਂ ਨੇਗੀਆਂ ਉਹ ਪਾਰਟ ਨੰਬਰ 5 ਦੇ ਵਿੱਚ ਹੈਗੀਆਂ ਜਿਹੜੀਆਂ ਕਿ ਯੂਨੀਅਨ ਗਵਰਨਮੈਂਟ ਨੂੰ ਲੈ ਕੇ ਹੈ, ਸੰਸਦ ਨੂੰ ਲੈ ਕੇ ਹੈ, ਜਾਂ ਕੁਝ ਹੋਰ ਵਿਸ਼ੇਸ਼ਤਾਵਾਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਹੈਗੀਆਂ ਨੇਗੀਆਂ। ਠੀਕ ਹੈ ਜੀ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੇ ਆਰਟੀਕਲ 79 ਤੋਂ ਲੈ ਕੇ ਆਰਟੀਕਲ 79 ਤੋਂ ਲੈ ਕੇ ਆਰਟੀਕਲ 122 ਨੰਬਰ ਦਾ ਜਿਹੜਾ ਹੈ ਇਹ ਸਾਰੇ ਪਾਰਟ ਨੰਬਰ 5 ਦੇ ਵਿੱਚ ਆਉਂਦੇ ਆ, ਜਿਹਦੇ ਵਿੱਚ ਕੇਂਦਰ ਸਰਕਾਰ ਨੂੰ ਲੈ ਕੇ ਜਾਂ ਕੇਂਦਰ ਦੀਆਂ ਜਿਹੜੀਆਂ ਵਿਵਸਥਾਵਾਂ ਨੇ ਉਹਨਾਂ ਨੂੰ ਲੈ ਕੇ ਸਾਰਾ ਸਟਰਕਚਰ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਹੈਗਾ। ਓਕੇ, ਨੈਕਸਟ ਹੈ ਆਪਣੇ ਕੋਲੇ ਗੱਲ ਕਰਦੇ ਹਾਂ ਕਿ ਜਿਹੜੀ ਭਾਰਤੀ ਸੰਸਦ ਹੈਗੀ ਉਹ ਕਿਸ ਤਰੀਕੇ ਦੇ ਨਾਲ ਬਣੀ ਹੋਈ ਹੈ ਤੇ ਕਿਹੜੇ ਤੱਤ ਇਸ ਦੇ ਵਿੱਚ ਆ ਜਾਂਦੇ ਹੈਗੇ ਆ। ਹੁਣ ਆਪਾਂ ਗੱਲ ਕਰਦੇ ਹੈਗੇ ਆ ਜੀ ਇੰਡੀਅਨ ਪਾਰਲੀਮੈਂਟ ਦੀ। ਇੰਡੀਅਨ ਪਾਰਲੀਮੈਂਟ, ਓਕੇ, ਇੰਡੀਅਨ ਪਾਰਲੀਮੈਂਟ ਦੇ ਵਿੱਚ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਇਹਦੇ ਵਿੱਚ ਆਪਣੇ ਕੋਲੇ 2 ਸਦਨ ਆਉਂਦੇ ਹੈਗੇ ਨੇ। ਪਹਿਲਾ ਸਦਨ ਹੈ ਜੀ ਲੋਕ ਸਭਾ, ਪਹਿਲਾ ਸਦਨ ਹੈ ਲੋਕ ਸਭਾ, ਪਹਿਲਾਂ ਇਸ ਨੂੰ ਲਿਖ ਲਓ, ਫਿਰ ਇਸ ਤੋਂ ਬਾਅਦ ਮੈਂ ਤੁਹਾਨੂੰ ਆਰਟੀਕਲ ਵੀ ਮੈਂਸ਼ਨ ਕਰਾ ਦੇਣਾ ਇਸ ਦੇ ਨਾਲ। ਦੂਸਰਾ ਹੈ ਜੀ ਸਾਡੇ ਕੋਲੇ ਰਾਜ ਸਭਾ, ਤੀਸਰਾ ਹੈ ਜੀ ਸਾਡੇ ਕੋਲੇ ਰਾਸ਼ਟਰਪਤੀ, ਤੀਸਰਾ ਹੈ ਜੀ ਸਾਡੇ ਕੋਲੇ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ। ਹੁਣ ਇਹ 3 ਚੀਜ਼ਾਂ ਮੈਂ ਲਿਖੀਆਂ ਨੇ ਗੀਆਂ, ਧਿਆਨ ਨਾਲ ਨੋਟ ਕਰਿਓ ਕਿ ਇਹ ਸਾਰੇ ਦਾ ਸਾਰਾ ਸਟਰਕਚਰ ਜਿਹਦੇ ਵਿੱਚ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਆਉਂਦੇ ਹੈਗੇ ਇਹ ਤਿੰਨੇ ਦੇ ਤਿੰਨੇ ਜਿਹੜੇ ਹੈਗੇ ਪਾਰਲੀਮੈਂਟ ਦਾ ਹਿੱਸਾ ਹੈਗੇ ਨੇਗੇ। ਇਹਨਾਂ ਤੋਂ ਮਿਲ ਕੇ ਜਿਹੜੀ ਹੈ ਸਾਡੀ ਪਾਰਲੀਮੈਂਟ ਉਹ ਹੋਂਦ ਦੇ ਵਿੱਚ ਆਉਂਦੀ ਹੈਗੀ। ਪਾਰਲੀਮੈਂਟ ਦੀ ਜਿਹੜੀ ਵਿਵਸਥਾ ਕੀਤੀ ਗਈ ਹੈਗੀ ਇਹ ਆਰਟੀਕਲ 79 ਦੇ ਵਿੱਚ ਹੈ ਕਿ ਭਾਰਤ ਦੀ ਇੱਕ ਸੰਸਦ ਹੋਵੇਗੀ, ਭਾਰਤੀ ਇੱਕ ਸੰਸਦ ਹੋਵੇਗੀ। ਇਹ ਆਰਟੀਕਲ 79 ਦੇ ਵਿੱਚ ਡਿਸਕਸ ਕੀਤਾ ਗਿਆ ਹੈ ਕਿ ਇੱਕ ਸੰਸਦ ਹੋਵੇਗੀ ਜਿਹੜੀ ਕਿ ਭਾਰਤ ਦੇ ਲਈ ਜਿਹੜਾ ਹੈ ਵੱਖਰੇ ਤਰੀਕੇ ਦੇ ਨਾਲ ਸਾਡੇ ਕਾਨੂੰਨ ਜਿਹੜੇ ਹੈਗੇ ਆ ਉਹ ਬਣਾਵੇਗੀ। ਓਕੇ, 79 ਤੋਂ ਬਾਅਦ ਚੱਲਦੇ ਹੈਗੇ ਕਿ ਇੱਕ ਇਹਦਾ ਹੇਠਲਾ ਸਦਨ ਹੋਊਗਾ ਜਿਸ ਨੂੰ ਕਿ ਲੋਕ ਸਭਾ ਕਿਹਾ ਜਾਊਗਾ, ਜਿਸ ਨੂੰ ਕਿ ਲੋਕ ਸਭਾ ਕਿਹਾ ਜਾਊਗਾ। ਇਹ ਲੋਕ ਸਭਾ ਵਾਲਾ ਜਿਹੜਾ ਸੈਸ਼ਨ ਹੈ ਜੀ ਇਹਦੀ ਵਿਵਸਥਾ ਜਿਹੜੀ ਹੈ ਉਹ ਆਰਟੀਕਲ 81 ਦੇ ਵਿੱਚ ਕੀਤੀ ਗਈ ਹੈ। ਆਰਟੀਕਲ 81 ਦੇ ਵਿੱਚ ਕਿ ਲੋਕ ਸਭਾ ਸੰਸਦ ਦਾ ਹੇਠਲਾ ਸਦਨ ਹੋਵੇਗਾ ਜਿਹੜਾ ਕਿ ਲੋਕਾਂ ਦੀ ਜਿਹੜੀ ਹੈ ਪ੍ਰਤੀਨਿਧਤਾ ਕਰੇਗਾ, ਲੋਕਾਂ ਨੂੰ ਜਿਹੜਾ ਹੈ ਪੇਸ਼ ਕਰੇਗਾ ਇਸ ਦੇ ਵਿੱਚ। ਠੀਕ ਹੈ। ਦੂਸਰੇ ਸਦਨ ਨੂੰ ਕਿਹਾ ਜਾਊਗਾ ਜੀ ਰਾਜ ਸਭਾ, ਦੂਸਰੇ ਸਦਨ ਨੂੰ ਕਿਹਾ ਜਾਊਗਾ ਰਾਜ ਸਭਾ। ਇਹ ਜਿਹੜੀ ਰਾਜ ਸਭਾ ਹੈ ਜੀ ਇਹ ਵੀ ਆਰਟੀਕਲ ਦੇ ਵਿੱਚ ਹੀ ਐਂਟਰ ਹੈ ਜੀ, ਤੇ ਆਰਟੀਕਲ ਹੈ ਜਿਸ ਦੇ ਨਾਲ ਰਿਲੇਟਡ 80 ਨੰਬਰ 80 ਨੰਬਰ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਦਾ ਇੱਕ ਸਦਨ ਹੋਵੇਗਾ ਜਿਸ ਦਾ ਨਾਮ ਜਿਹੜਾ ਹੈ ਰਾਜ ਸਭਾ ਰਹੇਗਾ ਤੇ ਇਹ ਰਾਜਾਂ ਦੀ ਪ੍ਰਤੀਨਿਧਤਾ ਕਰੇਗਾ। ਠੀਕ ਹੈ, ਅੱਗੇ ਮੈਂ ਇਹਦੇ ਨਾਮ ਵੀ ਲਿਖਾਉਂਗਾ ਕਿ ਇਹਨਾਂ ਨੂੰ ਵੀ ਵੱਖਰੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਤੀਸਰਾ ਆ ਜਾਂਦਾ ਹੈ ਜੀ ਪ੍ਰੈਜ਼ੀਡੈਂਟ, ਜਿਸ ਨੂੰ ਕਿ ਆਪਾਂ ਰਾਸ਼ਟਰਪਤੀ ਕਹਿ ਦਿੰਦੇ ਹੈਗੇ ਆ, ਜਿਸ ਨੂੰ ਕਿ ਆਪਾਂ ਰਾਸ਼ਟਰਪਤੀ ਕਹਿ ਦਿੰਦੇ ਹੈਗੇ ਆ। ਰਾਸ਼ਟਰਪਤੀ ਦੀ ਵਿਵਸਥਾ ਜਿਹੜੀ ਹੈਗੀ ਉਹ ਆਰਟੀਕਲ 52 ਦੇ ਵਿੱਚ ਕੀਤੀ ਗਈ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਵੀ ਹੋਵੇਗਾ। ਓਕੇ, ਤਾਂ ਇਹ ਸਾਰਾ ਸਟਰਕਚਰ ਜਿਹੜਾ ਹੈ ਪਾਰਲੀਮੈਂਟ ਦਾ ਹੈਗਾ। ਪਾਰਲੀਮੈਂਟ 79 ਨੰਬਰ ਆਰਟੀਕਲ ਦੇ ਵਿੱਚ ਆਉਂਦੀ ਹੈ ਕਿ ਭਾਰਤ ਦੀ ਇੱਕ ਸੰਸਦ ਹੋਵੇਗੀ ਤੇ ਸੰਸਦ ਜਿਹੜੀ ਹੈਗੀ ਇਹ 2 ਸਦਨੀ ਹੋਵੇਗੀ। ਠੀਕ ਹੈ, 2 ਹਾਊਸਸ ਹੋਣਗੇ ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ 2 ਸਦਨੀ ਸਾਡੀ ਪਾਰਲੀਮੈਂਟ ਯਾਨੀ ਕਿ ਸੰਸਦ ਜਿਹੜੀ ਆ ਉਹ ਰਹੇਗੀ। ਇਸ ਸਦਨ ਦੇ ਵਿੱਚ 2 ਸਦਨ ਦੇ ਵਿੱਚ 2 ਸਦਨ ਆਉਂਦੇ ਹੈਗੇ, ਇੱਕ ਲੋਕ ਸਭਾ, ਦੂਸਰਾ ਰਾਜ ਸਭਾ। ਪਰ ਜੇਕਰ ਆਪਾਂ ਪੂਰੇ ਸੰਸਦ ਦੀ ਗੱਲ ਕਰੀਏ ਤਾਂ ਤਿੰਨੋਂ ਸਟਰਕਚਰ ਇਹਦੇ ਵਿੱਚ ਸ਼ਾਮਲ ਹੈਗੇ ਨੇ, ਪਰ ਜਦੋਂ ਸਦਨਾਂ ਦੀ ਗੱਲ ਕਰਾਂਗੇ ਤਾਂ 2 ਸਦਨ ਰਹਿਣਗੇ ਜਿਹਦੇ ਵਿੱਚ ਇੱਕ ਲੋਕ ਸਭਾ ਤੇ ਇੱਕ ਰਾਜ ਸਭਾ। ਇਹ ਦੋਨੋਂ ਸਦਨ ਨੇ, ਬਟ ਤੀਸਰਾ ਜਿਹੜਾ ਹੈ ਉਹ ਇੱਕ ਪਰਸਨ ਹੈ, ਰਾਸ਼ਟਰਪਤੀ ਹੈ, ਅਧਿਕਾਰੀ ਹੈ, ਉਹਨੂੰ ਆਪਾਂ ਸਦਨ ਦੇ ਵਿੱਚ ਅਕਾਊਂਟ ਨਹੀਂ ਕਰਾਂਗੇ ਇਹਦੇ ਵਿੱਚ। ਠੀਕ ਹੈ, ਸੋ ਇਸ ਲਈ 2 ਸਦਨ ਹੀ ਰਹੇਗੀ। ਪੂਰੀ ਪਾਰਲੀਮੈਂਟ ਦੇ ਵਿੱਚ ਤਿੰਨੋਂ ਚੀਜ਼ਾਂ ਆ ਜਾਂਦੀਆਂ ਨੇ, ਬਟ ਜਦੋਂ ਸਦਨ ਦੀ ਗੱਲ ਹੋਊਗੀ ਤਾਂ 2 ਸਦਨ ਹੀ ਰਹੂਗਾ ਜਿਹਦੇ ਵਿੱਚ ਆਪਾਂ 2 ਸਦਨ ਜਿਹੜੇ ਆ ਉਹ ਡਿਸਕਸ ਕੀਤੇ ਹੈਗੇ ਨੇਗੇ। ਠੀਕ ਹੈ, ਸੋ ਇਹਨਾਂ ਦੇ ਵਿੱਚੋਂ ਅੱਜ ਦਾ ਆਪਣਾ ਜਿਹੜਾ ਪਾਰਟ ਰਹੂਗਾ ਉਹ ਸਿਰਫ ਲੋਕ ਸਭਾ ਦਾ ਹੀ ਰਹੂਗਾ ਕਿ ਲੋਕ ਸਭਾ ਜਿਹੜੀ ਹੈਗੀ ਉਸ ਦੇ ਕਿਹੜੇ ਭਾਗ ਨੇਗੇ, ਕਿਸ ਨਾਮ ਦੇ ਨਾਲ ਉਸ ਨੂੰ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਸੋ ਪਹਿਲਾ ਹੈ ਜੀ ਲੋਕ ਸਭਾ। ਓਕੇ, ਲੋਕ ਸਭਾ ਨੂੰ ਜਿਹੜਾ ਹੈ ਹੇਠਲੇ ਸਦਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਲੋਕ ਸਭਾ ਨੂੰ ਹੇਠਲੇ ਸਦਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹੇਠਲਾ ਸਦਨ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਸ ਨੂੰ ਲੋਅਰ ਚੈਂਬਰ ਵੀ ਕਹਿ ਦਿੱਤਾ ਜਾਂਦਾ ਹੈ। ਲੋਅਰ ਚੈਂਬਰ ਇਹ ਵੀ ਇਸੇ ਦਾ ਨਾਮ ਹੀ ਹੈਗਾ। ਇਸ ਨੂੰ ਜਿਹੜਾ ਹੈਗਾ ਲੋਕ ਸਭਾ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਇਸ ਨੂੰ ਹਾਊਸ ਆਫ ਪੀਪਲ ਵੀ ਕਹਿ ਦਿੱਤਾ ਜਾਂਦਾ ਹੈ। ਹਾਊਸ ਆਫ ਪੀਪਲ, ਕਿਉਂਕਿ
ਲੋਕਾਂ ਦਾ ਬਣਿਆ ਹੋਇਆ ਲੋਕ ਸ਼ਬਦ ਵਰਤਿਆ ਗਿਆ, ਇਸ ਕਾਰਨ ਕਰਕੇ ਇਹ ਲੋਕਾਂ ਦਾ ਵੀ ਸਦਨ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਕਈ ਵਾਰ। ਇਸ ਤੋਂ ਇਲਾਵਾ ਜਿਹੜਾ ਹੈ ਬਾਕੀ ਦੇ ਨਾਮ ਹਿਟਲਰ ਸਦਨ, ਲੋਅਰ ਚੈਂਬਰ ਅਤੇ ਹਾਊਸ ਆਫ ਪੀਪਲ ਜਿਹੜਾ ਇਸ ਨੂੰ ਕਹਿ ਦਿੱਤਾ ਜਾਂਦਾ ਹੈ। ਸੋ ਇਸ ਦੇ ਵਿੱਚ ਇਹ ਐਡ ਕੀਤਾ ਹੈ। ਓਕੇ, ਨੈਕਸਟ ਆਪਾਂ ਇਸ ਦੇ ਵਿੱਚ ਇਕੱਲੀ ਲੋਕ ਸਭਾ ਨੂੰ ਅੱਜ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕਦਾ ਹੈ, ਕਿਉਂਕਿ ਐਜ਼ ਅ ਡੈਮੋ ਦੇ ਤੌਰ ਤੇ ਮੈਂ ਇਸ ਨੂੰ ਟਰਾਈ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਉਹ ਕਲਾਸ ਬਣ ਪਾਉਂਦੀ ਹੈ ਜਾਂ ਨਹੀਂ। ਅਗਰ ਕੋਈ ਕਮੀ ਪੇਸ਼ੀ ਇਹ ਨਾ ਹੋਵੇ ਕਿ ਆਪਾਂ ਸਾਰੀ ਕਲਾਸ ਬਣਾ ਲਈਏ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਨਾ ਲੱਗੇ, ਤਾਂ ਇਸ ਲਈ ਇਹ ਮੈਂ ਟਰਾਈ ਕੀਤਾ ਹੈ ਕਿ ਇੱਕ ਵਾਰੀ ਤੁਹਾਨੂੰ ਸਿਰਫ ਲੋਕ ਸਭਾ ਦੀ ਕੁਝ ਬੇਸਿਕ ਜਿਹੇ ਪੁਆਇੰਟ ਜਿਹੜੇ ਮੈਂ ਇਸ ਦੇ ਵਿੱਚ ਐਕਸਪਲੇਨ ਕਰਾਂਗਾ। ਨੈਕਸਟ ਜਿਹੜੀਆਂ ਨੇ ਕਲਾਸਿਸ ਜੋ ਤੁਹਾਨੂੰ ਪ੍ਰੋਪਰ ਜਿਹੜੀਆਂ ਨੇਗੀਆਂ ਜਲਦੀ ਹੀ ਮੈਂ ਮਤਲਬ ਕੱਲ ਤੋਂ ਹੀ ਹੋ ਜੂਗਾ ਸ਼ੁਰੂ, ਜੇਕਰ ਅੱਜ ਆਪਾਂ ਨੂੰ ਕੋਈ ਕਮੀ ਪੇਸ਼ੀ ਨਾ ਲੱਗੀ ਤਾਂ ਫਿਰ ਕੱਲ ਤੋਂ ਤੁਹਾਨੂੰ ਸਾਰੇ ਹੀ ਸਬਜੈਕਟਾਂ ਦੀਆਂ ਜਿਹੜੀਆਂ ਕਲਾਸਿਸ ਕੁਝ ਇਸ ਟਾਈਪ ਦੀਆਂ ਜਿਹੜੀਆਂ ਉਹ ਮਿਲ ਜਾਣਗੀਆਂ। ਓਕੇ, ਹਾਂਜੀ ਗੱਲ ਕਰਦੇ ਹਾਂ ਆਪਣੇ ਲੋਕ ਸਭਾ ਦੀ। ਲੋਕ ਸਭਾ ਕੀ ਹੈ? ਹੇਠਲਾ ਸਦਨ ਹੈ ਤੇ ਸੰਸਦ ਦਾ ਇੱਕ ਪਾਰਟ ਹੈ। ਸੰਸਦ ਦਾ ਇੱਕ ਪਾਰਟ ਹੈ ਜੀ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਆਪਣੀ ਜਿਹੜੀ ਹੈ ਪ੍ਰਤੀਨਿਧਤਾ ਕਰਦਾ ਹੈਗਾ ਤੇ ਕੀ ਇਸ ਨੂੰ ਜਿਹੜਾ ਕਹਿ ਦਿੱਤਾ ਜਾਂਦਾ ਹੈ। ਆਰਟੀਕਲ 81 ਦੇ ਵਿੱਚ ਲੋਕ ਸਭਾ ਦੀ ਵਿਵਸਥਾ ਕੀਤੀ ਗਈ ਹੈ ਜੋ ਕਿ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਕਿ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਯਾਨੀ ਕਿ ਇਹ ਲੋਕਾਂ ਨੂੰ ਪ੍ਰੈਜ਼ੈਂਟ ਕਰਦਾ ਹੈ। ਇਹਦੇ ਨਾਮ ਦੇ ਵਿੱਚ ਹੀ ਲਿਖਿਆ ਹੋਇਆ ਲੋਕ ਸ਼ਬਦ, ਤਾਂ ਮਤਲਬ ਕਿ ਇਹ ਲੋਕਾਂ ਦੀ ਆਈਡੀਓਲੋਜੀ, ਲੋਕਾਂ ਦੇ ਜਿਹੜੇ ਵਿਚਾਰ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇਗੀਆਂ ਉਹਨੂੰ ਸੈਂਟਰ ਸਰਕਾਰ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਲੋਕ ਸਭਾ ਦੇ ਮੈਂਬਰਾਂ ਦੀ ਹੁੰਦੀ ਹੈ। ਕਿਉਂਕਿ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਲੋਕਾਂ ਦੇ ਦੁਆਰਾ ਵੋਟ ਪਾ ਕੇ ਚੁਣੇ ਜਾਂਦੇ ਹੈਗੇ, ਜਿਸ ਦੇ ਆਧਾਰ ਦੇ ਉੱਪਰ ਆਪਾਂ ਇਹ ਕਹਿ ਸਕਦੇ ਹੈਗੇ ਕਿ ਲੋਕਾਂ ਦੀ ਜਿਹੜੀ ਪ੍ਰਤੀਨਿਧਤਾ ਕਰਦੇ ਹੈਗੇ ਨੇਗੇ। ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹੈਗੇ ਨੇ, ਇਸੇ ਕਾਰਨ ਕਰਕੇ ਜਿਹੜੀ ਇਹਨਾਂ ਦੀ ਚੋਣ ਹੁੰਦੀ ਹੈਗੀ ਉਹ ਲੋਕਾਂ ਦੁਆਰਾ ਹੁੰਦੀ ਹੈਗੀ ਆ। ਚੋਣ ਜਿਹੜੀ ਹੈ ਉਹ ਲੋਕਾਂ ਦੁਆਰਾ ਹੁੰਦੀ ਹੈਗੀ ਤੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਡਾਇਰੈਕਟ ਵੇ ਦੇ ਨਾਲ ਸਿੱਧੇ ਤੌਰ ਦੇ ਉੱਪਰ ਵੋਟਾਂ ਪਾ ਕੇ ਜਿਹੜਾ ਹੈ ਉਹ ਚੁਣਦੇ ਹੈਗੇ ਨੇ। ਸਿੱਧੇ ਤੌਰ ਦੇ ਉੱਪਰ ਵੋਟਾਂ ਪਾ ਕੇ ਇਸ ਨੂੰ ਚੁਣਦੇ ਹੈਗੇ। ਇਸ ਕਰਕੇ ਆਪਾਂ ਇਸ ਦੇ ਲਈ ਜਿਹੜਾ ਹੈ ਡਾਇਰੈਕਟ ਵੇ ਜਿਹੜਾ ਹੈ ਮੈਥਡ ਉਸ ਦਾ ਪ੍ਰਯੋਗ ਕਰਾਂਗੇ ਅਤੇ ਉਸ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਜਿਸ ਦੀ ਜਿਹੜੀ ਉਮਰ ਹੈਗੀ 18 ਸਾਲ ਦੀ ਹੋ ਚੁੱਕੀ ਹੈਗੀ ਆ। ਭਾਰਤ ਦੇ ਵਿੱਚ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਹੋ ਚੁੱਕੀ ਹੈਗੀ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਤਾਂ ਉਹ ਆਪਣੇ ਲੀਡਰ ਜਿਹੜੇ ਹੈਗੇ ਉਹ ਚੁਣ ਸਕਦਾ ਹੈਗਾ। ਇਹਨੂੰ ਲੈ ਕੇ ਵੀ ਇੱਕ ਸਵਾਲ ਹੋਰ ਆ ਜਾਂਦਾ ਹੈ ਕਿ 18 ਸਾਲ ਦਾ ਜਿਹੜਾ ਵਿਅਕਤੀ ਵੋਟ ਪਾਉਂਦਾ ਹੈ ਇਹਨੂੰ ਕੀ ਕਿਹਾ ਜਾਂਦਾ ਹੈਗਾ। ਤਾਂ ਇਸ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਯਾਦ ਰੱਖਣਾ ਹੈਗਾ। ਸੋ ਇਸ ਨੂੰ ਕਿਹਾ ਜਾਂਦਾ ਹੈ ਯੂਨੀਵਰਸਲ ਅਡਲਟ ਫਰੈਂਚਾਈਜ਼। ਠੀਕ ਹੈ, ਫਰੈਂਚਾਈਜ਼ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਬਾਲਗ ਮਤ ਅਧਿਕਾਰ ਵੀ ਕਹਿ ਦਿੰਦੇ ਹੈਗੇ, ਪਰ ਇਹਨੂੰ ਤੁਸੀਂ ਸਪੈਸ਼ਲੀ ਇੰਗਲਿਸ਼ ਦੇ ਵਿੱਚ ਯਾਦ ਰੱਖਿਓ ਕਿਉਂਕਿ ਇਸ ਦੇ ਨਾਲ ਤੁਹਾਨੂੰ ਕਾਫੀ ਮੁਸ਼ਕਲ ਹੋ ਸਕਦੀ ਹੈ ਪੇਪਰ ਦੇ ਵਿੱਚ। ਜ਼ਿਆਦਾਤਰ ਜਿਹੜਾ ਹੈ ਇਸ ਨੂੰ ਸਹੀ ਕਰਨ ਦੇ ਲਈ ਯੂਨੀਵਰਸਲ ਅਡਲਟ ਫ੍ਰੈਂਚ ਸ਼ਬਦ ਜਿਹੜਾ ਹੈ ਉਸ ਦਾ ਪ੍ਰਯੋਗ ਕੀਤਾ ਜਾਂਦਾ ਕਿਉਂਕਿ NCERT ਦੇ ਅਕੋਰਡਿੰਗ ਜਿਹੜਾ ਹੈਗਾ ਇੱਥੇ ਯੂਨੀਵਰਸਲ ਅਡਲਟ ਫ੍ਰੈਂਚ ਨੂੰ ਹੀ ਸਹੀ ਕਰਦੇ ਹੈਗੇ ਨੇਗੇ। ਬਾਲਗ ਮਤ ਪੰਜਾਬੀ ਦੇ ਵਿੱਚ ਕਈ ਵਾਰ ਗਲਤ ਹੋ ਜਾਂਦਾ, ਇਸ ਕਰਕੇ ਤੁਸੀਂ ਹਮੇਸ਼ਾ ਇਹਨੂੰ ਇੰਗਲਿਸ਼ ਦੇ ਵਿੱਚ ਯਾਦ ਰੱਖਣਾ। ਇਹਦੇ ਅਕੋਰਡਿੰਗ ਜਿਹੜਾ ਹੈ ਇਹ ਸਹੀ ਹੁੰਦਾ ਹੈਗਾ। ਉਹਦੇ ਆਧਾਰ ਦੇ ਉੱਪਰ ਆਪਾਂ ਭਾਰਤ ਦਾ ਹਰੇਕ ਨਾਗਰਿਕ ਜਿਹੜਾ ਹੈਗਾ ਉਹ 18 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਹੈ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈਗਾ। ਓਕੇ, ਹਾਂਜੀ, ਇਹ ਇੱਥੋਂ ਤੱਕ ਹੋ ਚੁੱਕਿਆ ਦਾ ਸਟਰਕਚਰ। ਨੈਕਸਟ ਆਪਾਂ ਗੱਲ ਕਰਦੇ ਹੈਗੇ ਕਿ ਲੋਕ ਸਭਾ ਦਾ ਜਿਹੜਾ ਸਟਰਕਚਰ ਹੈ ਉਹ ਕਿਸ ਤਰ੍ਹਾਂ ਦਾ ਹੈ, ਮਤਲਬ ਕਿੰਨੇ ਮੈਂਬਰ ਇਸ ਦੇ ਹੈਗੇ ਨੇਗੇ, ਕਿੰਨੇ ਕੰਮ ਕਰ ਰਹੇ ਹੈਗੇ ਨੇਗੇ, ਉਹ ਸਾਰੇ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਹਾਂਜੀ, ਸਟਰਕਚਰ ਮਤਲਬ ਕਿ ਲੋਕ ਸਭਾ ਦੇ ਮੈਂਬਰਾਂ ਦੀ ਜਿਹੜੀ ਬਣਤਰ ਹੈ ਉਹ ਕਿਸ ਤਰ੍ਹਾਂ ਦੀ ਹੈਗੀ ਆ। ਬਣਤਰ ਦੀ ਦੋ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਹੈਗੀ ਸਾਨੂੰ। ਇੱਕ ਤਾਂ ਸਾਨੂੰ ਮਿਲੂਗਾ ਜੀ ਇੱਥੇ ਦੇਖਣ ਨੂੰ ਵੱਧ ਤੋਂ ਵੱਧ ਮੈਂਬਰ, ਦੋ ਤਰ੍ਹਾਂ ਦੇ ਹੋਣਗੇ, ਡਿਫਰੈਂਟ ਸਵਾਲ ਹੁੰਦੇ ਹੈਗੇ ਨੇਗੇ। ਪਹਿਲਾ ਬਣੂਗਾ ਸਾਡੇ ਕੋਲੇ ਸਵਾਲ ਕਿ ਵੱਧ ਤੋਂ ਵੱਧ ਜਿਹੜੇ ਹੈ ਲੋਕ ਸਭਾ ਦੇ ਮੈਂਬਰ ਕਿੰਨੇ ਹੈਗੇ ਨੇਗੇ, ਮੈਕਸਿਮਮ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ। ਵੱਧ ਤੋਂ ਵੱਧ ਮੈਂਬਰ, ਠੀਕ ਹੈ। ਵੱਧ ਤੋਂ ਵੱਧ ਮੈਂਬਰਾਂ ਦੇ ਵਿੱਚ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਵੱਧ ਤੋਂ ਵੱਧ ਮੈਂਬਰਾਂ ਦੇ ਵਿੱਚ ਟੋਟਲ ਮੈਂਬਰ ਜਿਹੜੇ ਰਹਿੰਦੇ ਹੈਗੇ ਨੇਗੇ ਵਰਤਮਾਨ ਸਮੇਂ ਡਾਟਾ ਦੇ ਅਕੋਰਡਿੰਗ ਉਹ ਹੈਗੇ ਨੇਗੇ 550 ਮੈਂਬਰ। ਯਾਨੀ ਕਿ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਮੈਂਬਰ ਜਿਹੜੇ ਹੈਗੇ ਨੇ ਉਹ 550 ਚੁਣੇ ਜਾ ਸਕਦੇ ਹੈਗੇ ਨੇਗੇ ਅਤੇ ਇਹਨਾਂ 550 ਦੇ ਵਿੱਚ ਵੀ ਅੱਗੇ ਡਿਵਾਈਡ ਕੀਤਾ ਹੁੰਦਾ ਹੈਗਾ। 550 ਦੇ ਵਿੱਚੋਂ 530 ਮੈਂਬਰ ਜਿਹੜੇ ਹੈਗੇ ਨੇਗੇ ਉਹ ਸਟੇਟਾਂ ਦੇ ਵਿੱਚੋਂ ਲਏ ਜਾਣਗੇ।
ਰਾਜਾਂ ਦੇ ਵਿੱਚੋਂ ਲਏ ਜਾਣਗੇ, ਮਤਲਬ ਕਿ 530 ਮੈਂਬਰ 550 ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਲਏ ਜਾਣਗੇ ਸਟੇਟਾਂ ਦੇ ਵਿੱਚੋਂ। ਪਿੱਛੇ ਰਹਿ ਜਾਂਦੇ ਹੈਗੇ 20 ਮੈਂਬਰ ਜੀ। ਸੋ ਇਹ 20 ਮੈਂਬਰ ਜਿਹੜੇ ਹੈਗੇ ਨੇਗੇ ਇਹ ਲਏ ਜਾਂਦੇ ਹੈਗੇ ਅੱਗੇ ਯੂਨੀਅਨ ਟੈਰੀਟਰੀ ਦੇ ਵਿੱਚੋਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ। ਤਾਂ ਟੋਟਲ ਜਿਹੜੇ ਇਹ ਮੈਂਬਰ ਹੋ ਜਾਂਦੇ ਹੈਗੇ ਨੇਗੇ 550 ਹੋ ਜਾਂਦੇ ਹੈਗੇ। ਇਸੇ ਨੂੰ ਲੈ ਕੇ ਹੀ ਇੱਕ ਐਕਟ ਪਾਸ ਹੋਇਆ ਸੀਗਾ ਸਾਲ 2009 ਦੇ ਵਿੱਚ। ਸਾਲ 2009 ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀਗਾ। ਇਸ ਐਕਟ ਤਹਿਤ ਇਹ ਮੈਂਸ਼ਨ ਕੀਤਾ ਗਿਆ ਸੀਗਾ ਕਿ ਜਿਹੜੀਆਂ ਸੀਟਾਂ ਨੇਗੀਆਂ ਉਹ ਰਿਜ਼ਰਵ ਕਰ ਦੇਣੀਆਂ ਹੈਗੀਆਂ ਨੇ ਜੀ। ਰਿਜ਼ਰਵੇਸ਼ਨ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈਗੀ 2009 ਦੇ ਤਹਿਤ, ਜਿਸ ਦੇ ਵਿੱਚ ਐਸਸੀ ਕਾਸਟ ਦੇ ਲਈ ਜਿਹੜੀਆਂ ਨੇਗੀਆਂ 87 ਸੀਟਾਂ 84 ਸੀਟਾਂ ਜਿਹੜੀਆਂ ਨੇ ਉਹ ਰਾਖਵੀਆਂ ਕਰ ਦਿੱਤੀਆਂ ਸੀਗੀਆਂ, ਅਤੇ ਐਸਟੀ ਕਾਸਟ ਦੇ ਲਈ ਜਿਹੜੀਆਂ ਸੀਗੀਆਂ 47 ਸੀਟਸ ਜਿਹੜੀਆਂ ਨੇ ਉਹ ਰਾਖਵੀਆਂ ਕਰ ਦਿੱਤੀਆਂ ਸੀਗੀਆਂ ਕਿ ਇਹਨਾਂ ਦੇ ਉੱਪਰ ਸਿਰਫ ਇਹੀ ਵਿਅਕਤੀ ਚੋਣ ਲੜ ਸਕਦੇ ਆ, ਹੋਰ ਕਿਸੇ ਵਿਅਕਤੀ ਨੂੰ ਜਿਹੜਾ ਹੈ ਚੋਣ ਲੜਨ ਦਾ ਅਧਿਕਾਰ ਨਹੀਂ ਰਹੂਗਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਸਟਰਕਚਰ ਇਸਨੇ ਵੰਡ ਦਿੱਤਾ ਸੀਗਾ। ਨੈਕਸਟ ਅੱਗੇ ਆ ਜਾਂਦੇ ਹੈਗੇ ਇਹ ਵੱਧ ਤੋਂ ਵੱਧ, ਤੇ ਵੱਧ ਤੋਂ ਵੱਧ ਆਉਂਦੇ ਹੈਗੇ ਆ ਜੀ ਕਿ ਵਰਤਮਾਨ ਸਮੇਂ ਪ੍ਰੈਜ਼ੈਂਟ ਦੇ ਵਿੱਚ ਜਿਹੜੇ ਹੈਗੇ ਨੇਗੇ ਲੋਕ ਸਭਾ ਦੇ ਮੈਂਬਰ ਕਿੰਨੇ ਹੈਗੇ। ਸੋ ਨੈਕਸਟ ਇਸ ਦਾ ਆ ਜਾਂਦਾ ਹੈਗਾ। ਸੋ ਵਰਤਮਾਨ ਸਮੇਂ ਮੈਂਬਰਾਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਜਿਹੜੇ ਮੈਂਬਰ ਹੈਗੇ ਨੇਗੇ ਉਹਨਾਂ ਦੀ ਸੰਖਿਆ ਹੈਗੀ ਜੀ 543। ਵਰਤਮਾਨ ਸਮੇਂ 543 ਮੈਂਬਰ ਜਿਹੜੇ ਹੈਗੇ ਨੇਗੇ ਉਹ ਕੰਮ ਕਰ ਰਹੇ ਹੈਗੇ ਨੇਗੇ, ਬਟ ਵੱਧ ਤੋਂ ਵੱਧ ਜੇਕਰ ਆਪਾਂ ਇਸ ਗੱਲ ਕਰੀਏ ਤਾਂ 550 ਮੈਂਬਰ ਜਿਹੜੇ ਉਹ ਚੁਣ ਸਕਦੇ ਹੁੰਦੇ ਹੈਗੇ। ਪਰ ਵਰਤਮਾਨ ਸਮੇਂ ਆਪਣੇ ਕੋਲੇ 543 ਮੈਂਬਰ ਜਿਹੜੇ ਉਹ ਕੰਮ ਕਰ ਰਹੇ ਨੇ। 543 ਦੇ ਵਿੱਚੋਂ ਯਾਦ ਰੱਖਣਾ ਹੈਗਾ ਕਿ 524 ਮੈਂਬਰ ਜਿਹੜੇ ਹੈਗੇ ਨੇ ਉਹ ਸਟੇਟਾਂ ਦੇ ਵਿੱਚੋਂ ਚੁਣੇ ਗਏ ਹੈਗੇ ਨੇਗੇ, ਅਤੇ ਬਾਕੀ ਮੈਂਬਰ ਰਹਿ ਜਾਂਦੇ ਹੈ 19 ਮੈਂਬਰ ਜਿਹੜੇ ਹੈਗੇ ਨੇਗੇ ਉਹ ਯੂਟੀ ਦੇ ਵਿੱਚੋਂ ਚੁਣੇ ਗਏ ਹੈਗੇ ਨੇਗੇ, ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਚੁਣੇ ਗਏ। ਟੋਟਲ ਇਹਨਾਂ ਦੀ ਸੰਖਿਆ ਜਿਹੜੀ ਹੈਗੀ ਉਹ 543 ਹੋ ਜਾਂਦੀ ਹੈਗੀ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਸਟਰਕਚਰ ਬਣਦਾ ਹੈ। ਇੱਥੇ ਇੱਕ ਪੁਆਇੰਟ ਤੁਸੀਂ ਸਪੈਸ਼ਲੀ ਯਾਦ ਰੱਖਣਾ ਹੈਗਾ ਕਿ ਜੇਕਰ ਆਪਾਂ ਗੱਲ ਕਰੀਏ ਹੁਣ ਤਾਂ ਇਹ 550 ਹੋ ਚੁੱਕੇ ਨੇਗੇ, ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਇਹਦੇ ਸਟਰਕਚਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਮੈਂਬਰਾਂ ਦੀ ਜਿਹੜੀ ਸੰਖਿਆ ਰਹਿੰਦੀ ਸੀਗੀ 25 ਜਨਵਰੀ 2020 ਤੋਂ ਪਹਿਲਾਂ। 25 ਜਨਵਰੀ 2020 ਤੋਂ ਪਹਿਲਾਂ ਜਿਹੜਾ ਹੈ ਇਹਨਾਂ ਮੈਂਬਰਾਂ ਦੀ ਜਿਹੜੀ ਸੰਖਿਆ ਸੀਗੀ ਜੀ ਉਹ 552 ਹੁੰਦੀ ਸੀਗੀ। ਠੀਕ ਹੈ, ਕਿੰਨੀ ਹੁੰਦੀ ਸੀਗੀ ਜੀ 552 ਮੈਂਬਰ ਹੁੰਦੇ ਸੀਗੇ 25 ਜਨਵਰੀ 2020 ਤੋਂ ਪਹਿਲਾਂ। ਪਰ ਫਿਰ ਕੀ ਹੋਇਆ ਕਿ ਇਸ ਦੇ ਵਿੱਚ 25 ਜਨਵਰੀ 2020 ਨੂੰ ਇੱਕ ਸੋਧ ਕੀਤੀ ਗਈ ਜੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ, ਜਿਸ ਨੂੰ ਕਿ 104 ਨੰਬਰ ਸੋਧ ਕਹਿ ਦਿੰਦੇ ਹੈਗੇ। 104 ਨੰਬਰ ਸੋਧ ਕਹਿ ਦਿੰਦੇ ਹੈ। ਇਸ ਸੋਧ ਦੇ ਤਹਿਤ ਜਿਹੜਾ ਹੈਗਾ ਸਾਡੇ ਭਾਰਤੀ ਸੰਵਿਧਾਨ ਦੇ ਵਿੱਚੋਂ ਜਿਹੜਾ ਲੋਕ ਸਭਾ ਸੀਗਾ, ਲੋਕ ਸਭਾ ਦੇ 2 ਮੈਂਬਰ ਜਿਹੜੇ ਹੈਗੇ ਨੇ ਉਹ ਹਟਾ ਦਿੱਤੇ ਸੀ, ਜਿਹੜੇ ਕਿਤੇ 2 ਵੱਧ ਆ। ਇੱਥੇ ਆਪਾਂ 550 ਲਿਖੇ ਹੈਗੇ ਨੇ, ਬਟ ਇੱਥੇ 552 ਹੈਗੇ ਨੇ। ਇਹ 2 ਉਹ ਮੈਂਬਰ ਹੁੰਦੇ ਸੀਗੇ ਜੀ ਜਿਨ੍ਹਾਂ ਨੂੰ ਕਿ ਐਂਗਲੋ ਇੰਡੀਅਨ ਕਿਹਾ ਜਾਂਦਾ ਸੀਗਾ। ਐਂਗਲੋ ਇੰਡੀਅਨ ਮੈਂਬਰ ਕਿਹਾ ਜਾਂਦਾ ਸੀਗਾ। ਐਂਗਲੋ ਇੰਡੀਅਨ ਮੈਂਬਰ, ਇਹ ਐਂਗਲੋ ਇੰਡੀਅਨ ਮੈਂਬਰ 2 ਹੁੰਦੇ ਸੀਗੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੁੰਦਾ ਸੀਗਾ ਰਾਸ਼ਟਰਪਤੀ ਦੇ ਦੁਆਰਾ। ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੁੰਦਾ ਸੀ ਰਾਸ਼ਟਰਪਤੀ ਦੇ ਦੁਆਰਾ, ਯਾਨੀ ਕਿ ਰਾਸ਼ਟਰਪਤੀ ਇਹਨਾਂ ਨੂੰ ਚੁਣਦਾ ਹੁੰਦਾ ਸੀਗਾ। ਪਰ 104 ਨੰਬਰ ਸੋਧ ਜਿਹੜੀ ਕਿ 25 ਜਨਵਰੀ 2020 ਨੂੰ ਹੁੰਦੀ ਹੈ, ਉਹਦੇ ਤਹਿਤ ਜਿਹੜਾ ਹੈ ਇਸ ਨੂੰ ਹਟਾ ਦਿੱਤਾ ਗਿਆ ਹੈਗਾ। 2 ਐਂਗਲੋ ਇੰਡੀਅਨ ਮੈਂਬਰ ਰਾਸ਼ਟਰਪਤੀ ਨੋਮੀਨੇਟ ਕਰੇਗਾ, ਨਾਮਜ਼ਦ ਕਰੇਗਾ। ਇਸ ਦੇ ਨਾਲ ਰਿਲੇਟਡ ਸੀਗਾ ਜੀ ਆਰਟੀਕਲ 331। ਠੀਕ ਹੈ, ਆਰਟੀਕਲ 331 ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀਗਾ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਲੋਕ ਸਭਾ ਦੇ 2 ਮੈਂਬਰ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਨੋਮੀਨੇਟ ਕਰ ਸਕਦਾ ਜੋ ਐਂਗਲੋ ਇੰਡੀਅਨ ਹੋਣਗੇ। ਉਸ ਤੋਂ ਇਲਾਵਾ ਇੱਕ ਆਰਟੀਕਲ ਸੀਗਾ ਜੀ 334। ਇਹ ਦੋਨੋਂ ਆਰਟੀਕਲ ਯਾਦ ਰੱਖਣੇ ਹੈਗੇ ਆ। ਆਰਟੀਕਲ 334, ਆਰਟੀਕਲ 334 ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀਗਾ ਕਿ ਇਹ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਚੁਣੇ ਜਾਂਦੇ ਆ 2 ਐਂਗਲੋ ਇੰਡੀਅਨ, ਇਹ ਸਿਰਫ 70 ਸਾਲਾਂ ਤੱਕ ਹੀ ਕੰਮ ਕਰਨਗੇ, ਯਾਨੀ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ 70 ਸਾਲਾਂ ਤੋਂ ਬਾਅਦ ਇਹ 2 ਐਂਗਲੋ ਇੰਡੀਅਨ ਮੈਂਬਰ ਜਿਹੜੇ ਹੈਗੇ ਨੇਗੇ ਉਹ ਹਟਾ ਦਿੱਤੇ ਜਾਣਗੇ। ਇਹ 2 ਐਂਗਲੋ ਇੰਡੀਅਨ ਮੈਂਬਰ ਹਟਾ ਦਿੱਤੇ ਜਾਣਗੇ। ਅਤੇ ਇਸੇ ਤਰੀਕੇ ਨਾਲ ਹੀ ਹੋਇਆ ਕਿ 25 ਜਨਵਰੀ 2020 ਨੂੰ ਜਿਹੜੇ ਹੈਗੇ ਨੇ ਇਹ 70 ਸਾਲ ਪੂਰੇ ਹੋ ਜਾਂਦੇ ਆ, ਜਿਸ ਤੋਂ ਬਾਅਦ ਇਹ 2 ਐਂਗਲੋ ਇੰਡੀਅਨ ਮੈਂਬਰ ਆਰਟੀਕਲ 334 ਦੇ ਤਹਿਤ 104 ਨੰਬਰ ਸੋਧ ਦੇ ਤਹਿਤ ਇਸ ਨੂੰ ਹਟਾ ਕੇ 2 ਮੈਂਬਰ ਰਿਮੂਵ ਕਰ ਦਿੱਤੇ ਆ, ਜਿਸ ਦੇ ਕਾਰਨ ਕਰਕੇ ਵਰਤਮਾਨ ਸਮੇਂ ਸਾਡੇ ਕੋਲੇ ਵੱਧ ਤੋਂ ਵੱਧ ਮੈਂਬਰ 550 ਹੈਗੇ ਆ, ਤੇ ਉਹਨਾਂ ਦੇ ਵਿੱਚੋਂ 2 ਹੋਰ ਘਟਾ ਦਿੱਤੇ ਆ। ਜਦੋਂ ਵਰਤਮਾਨ ਸਮੇਂ ਆਪਾਂ ਕੰਪੇਅਰ ਕਰਦੇ ਆ ਤਾਂ 543 ਮੈਂਬਰ ਜਿਹੜੇ ਹੈਗੇ ਨੇ ਉਹ ਵਰਤਮਾਨ ਸਮੇਂ ਕੰਮ ਕਰ ਰਹੇ ਹੈਗੇ ਨੇਗੇ। ਓਕੇ, ਤੇ ਸੀ ਆਪਣਾ ਇਦਾਂ ਸੈਸ਼ਨ ਜਿਸ ਦੇ ਵਿੱਚ ਐਜ਼ ਅ ਲਾਈਕ ਡੈਮੋ ਦੇ ਤੌਰ ਤੇ ਮੈਂ ਤੁਹਾਨੂੰ ਪ੍ਰੈਜ਼ੈਂਟ ਕੀਤਾ। ਉਮੀਦ ਕਰਦਾ ਕਿ ਕਾਫੀ ਅੱਛਾ ਰਹੀ ਹੋਊਗੀ ਪਰਫਾਰਮੈਂਸ।
ਫਿਰ ਵੀ ਜੇਕਰ ਕੋਈ ਵਾਈਟ ਬੋਰਡ ਨੂੰ ਲੈ ਕੇ ਸਪੈਸ਼ਲੀ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਮੈਂਸ਼ਨ ਕਰ ਦੇਣਾ, ਤਾਂ ਕਿ ਆਪਾਂ ਉਹਦੇ ਵਿੱਚ ਸੁਧਾਰ ਕਰਕੇ ਹੋਰ ਜਿਹੜਾ ਲਾਈਟਿੰਗ ਵਗੈਰਾ ਦਾ ਪ੍ਰਬੰਧ ਕਰਕੇ ਫਿਰ ਅੱਛੇ ਤਰੀਕੇ ਨਾਲ ਤੁਹਾਨੂੰ ਪ੍ਰੈਜ਼ੈਂਟ ਕਰ। ਅੱਜ ਦੀ ਕਲਾਸ ਇੰਨੀ ਰਹੂਗੀ। ਸੋ ਨੈਕਸਟ ਕਲਾਸ ਜਿਹੜੀ ਹੈ ਜਲਦੀ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗਾ। ਸੋ ਇੱਕ ਵਾਰੀ ਇਸ ਤੇ ਜਿਹੜੇ ਰਿਵਿਊ ਨੇ ਉਹ ਜ਼ਰੂਰ ਆਪਣੇ ਪੇਸ਼ ਕਰ ਦਿਓ। ਥੈਂਕ ਯੂ ਸੋ ਮਚ।